ਰੋਜ਼ਾਨਾ ਲੋਕਨਾ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਪ੍ਰਾਈਮ ਮੁੱਦਾ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਲਖਵਿੰਦਰ ਸਿੰਘ ਮਾਨ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਰਾਜਨੀਤੀ ਦੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਕਾਂਗਰਸ ਦੀ ਇੱਕ ਅਹਿਮ ਮੀਟਿੰਗ ਦੀ ਜਿਹੜੀ ਕਿ ਅੱਜ ਚੰਡੀਗੜ੍ਹ ਦੇ ਵਿੱਚ ਹੋਈ। ਇਸ ਮੀਟਿੰਗ ਤੋਂ ਬਾਅਦ ਅੰਦਰੂਨੀ ਹਾਲਾਤ ਬਾਹਰ ਆਉਂਦੇ ਹੋਏ ਨਜ਼ਰ ਆਏ ਨੇ ਵੀ ਹਾਲਾਤ ਕਿਸ ਤਰ੍ਹਾਂ ਦੇ ਬਣੇ ਹੋਏ ਨੇ ਕਾਂਗਰਸ ਦੇ ਸਮੇਂ। ਉਹ ਹਾਲਾਤ ਬਾਹਰ ਆਏ ਨੇ ਤੇ ਵੱਡੇ ਵੱਡੇ ਖੁਲਾਸੇ ਵੀ ਹੋਏ ਨੇ। ਕਿਹੜੇ ਖੁਲਾਸੇ ਹੋਏ ਨੇ ਤੇ ਕਿਸ ਕਿਸ ਵੱਲੋਂ ਇਹ ਖੁਲਾਸੇ ਕੀਤੇ ਗਏ ਨੇ ਉਸ ਬਾਰੇ ਵਿਸਥਾਰ ਦੇ ਨਾਲ ਚਰਚਾ ਕਰਾਂਗੇ ਦੋ ਦਿੱਗਜ ਲੀਡਰਾਂ ਦੀ ਇੱਕ ਮੁਲਾਕਾਤ ਦੀ, ਜਿਸ ਮੁਲਾਕਾਤ ਤੋਂ ਬਾਅਦ ਪੰਜਾਬ ਦੀ ਰਾਜਨੀਤਿਕ ਗਲਿਆਰਿਆਂ ਦੇ ਵਿੱਚ ਨਵੀਂ ਚਰਚਾ ਨੇ ਜਨਮ ਲਿਆ। ਕਿਹੜੇ ਦੋ ਦਿੱਗਜ ਲੀਡਰਾਂ ਦੀ ਮੁਲਾਕਾਤ ਹੋਈ ਹੈ, ਕਿਸ ਸੰਦਰਭ ਵਿੱਚ ਹੋਈ ਹੈ ਤੇ ਕਿਸ ਤਰ੍ਹਾਂ ਦੀਆਂ ਚਰਚਾਵਾਂ ਪਬਲਿਕ ਡੋਮੇਨ ਦੇ ਵਿੱਚ ਨੇ ਤੇ ਰਾਜਨੀਤਿਕ ਗਲਿਆਰਿਆਂ ਦੇ ਵਿੱਚ ਨੇ, ਉਸ ਬਾਰੇ ਗੱਲਬਾਤ ਕਰਾਂਗੇ। ਨਾਲ ਹੀ ਨਾਲ ਗੱਲਬਾਤ ਕਰਾਂਗੇ ਆਮ ਆਦਮੀ ਪਾਰਟੀ ਦੇ ਇੱਕ ਹੋਰ ਵਿਧਾਇਕ ਦੀ ਜਿਹੜਾ ਕਿ ਸਿੰਗਲਾ ਸੰਦੋਹਾ ਤੋਂ ਬਾਅਦ ਹੁਣ ਕਾਨੂੰਨ ਦੇ ਸਿਕੰਜੇ ਦੇ ਵਿੱਚ ਫਸਦਾ ਹੋਇਆ ਨਜ਼ਰ ਆ ਰਿਹਾ। ਕਿਸ ਮਾਮਲੇ ਨੂੰ ਲੈ ਕੇ ਸਿਕੰਜਾ ਕੱਸਿਆ ਜਾ ਰਿਹਾ ਕਾਨੂੰਨ ਦਾ ਇਸ ਵਿਧਾਇਕ ਦੇ ਉੱਪਰ, ਇਸ ਬਾਰੇ ਵਿਸਥਾਰ ਦੇ ਨਾਲ ਚਰਚਾ ਕਰਾਂਗੇ। ਤੇ ਚਰਚਾ ਕਰਨ ਲਈ ਮੇਰੇ ਨਾਲ ਜੁੜੇ ਹੋਏ ਨੇ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਜੀ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਅਣਖੀ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ, ਬਹੁਤ ਬਹੁਤ ਸ਼ੁਕਰੀਆ। ਅਣਖੀ ਸਰ, ਕਾਂਗਰਸ ਦੇ ਵਿੱਚ ਸਭ ਕੁਝ ਠੀਕ ਨਹੀਂ, ਇਹ ਪੂਰਾ ਸੂਬਾ ਕਹਿ ਰਿਹਾ ਹੈ, ਹਰ ਇੱਕ ਲੀਡਰ ਕਹਿ ਰਿਹਾ, ਕਾਂਗਰਸ ਦੇ ਲੀਡਰ ਕਹਿ ਰਹੇ ਨੇ, ਵਿਰੋਧੀ ਪਾਰਟੀਆਂ ਕਹਿ ਰਹੀਆਂ ਨੇ। ਲੇਕਿਨ ਅੱਜ ਇੱਕ ਅਹਿਮ ਮੀਟਿੰਗ ਹੋਈ ਹੈ ਜਿੱਥੇ ਕਿ ਅੰਦਰੂਨੀ ਹਾਲਾਤ ਅੱਜ ਬਾਹਰ ਆਉਂਦੇ ਹੋਏ ਨਜ਼ਰ ਆਏ ਨੇਗੇ, ਵੱਡੇ ਖੁਲਾਸੇ ਹੁੰਦੇ ਨਜ਼ਰ ਆਏ ਨੇ। ਭਾਵੇਂ ਕਿ ਹਰੀਸ਼ ਚੌਧਰੀ ਇਹ ਗੱਲ ਕਹਿੰਦੇ ਹੋਏ ਨਜ਼ਰ ਆਏ ਨੇ ਕਿ ਕਾਂਗਰਸ ਦੇ ਵਿੱਚ ਸਭ ਕੁਝ ਠੀਕ ਹੈ। ਕਿ ਸੱਚਮੁੱਚ ਕਾਂਗਰਸ ਦੇ ਵਿੱਚ ਠੀਕ ਹੈ? ਜੇ ਠੀਕ ਹੈ ਤਾਂ ਇਸ ਤਰ੍ਹਾਂ ਦੇ ਅੰਦਰੂਨੀ ਹਾਲਾਤ ਨੇ ਜੋ ਅੱਜ ਬਾਹਰ ਆਏ ਨੇ, ਖੁਲਾਸੇ ਹੋਏ ਨੇ, ਆਪਾਂ ਉਹਨਾਂ ਨੂੰ ਕਿਵੇਂ ਦੇਖ ਸਕਦੇ ਹਾਂ? ਲਖਵਿੰਦਰ ਜੀ, ਜਿਸ ਤਰੀਕੇ ਨਾਲ ਇਹ ਮੀਟਿੰਗ ਆਰਗੇਨਾਈਜ਼ ਕੀਤੀ ਗਈ, ਮੀਟਿੰਗ ਤਾਂ ਇਸ ਕਰਕੇ ਆਰਗੇਨਾਈਜ਼ ਕੀਤੀ ਗਈ ਸੀ ਕਿ ਜਿਹੜਾ 4 ਸਤੰਬਰ ਨੂੰ ਦੇਸ਼ ਦੇ ਵਿੱਚ ਕਾਂਗਰਸ ਨੇ ਕੇਂਦਰ ਸਰਕਾਰ ਦੀ ਮਹਿੰਗਾਈ ਦੀਆਂ ਨੀਤੀਆਂ ਵਿਰੁੱਧ ਇੱਕ ਪ੍ਰਦਰਸ਼ਨ ਕਰਨਾ, ਰੋਸ ਪ੍ਰਦਰਸ਼ਨ ਕਰਨਾ, ਉਹਦੇ ਵਿਰੁੱਧ ਡਿਊਟੀਆਂ ਲਾਈਆਂ ਜਾਣ ਤਾਂ ਜੋ ਸਰਕਾਰ ਨੂੰ, ਕੇਂਦਰ ਦੀ ਸਰਕਾਰ ਨੂੰ ਮਹਿੰਗਾਈ ਦੇ ਮੁੱਦੇ ਤੇ ਘੇਰਿਆ ਜਾਵੇ। ਇਹਦੀਆਂ ਤਿਆਰੀਆਂ ਦੇ ਸੰਬੰਧ ਦੇ ਵਿੱਚ ਇਹ ਮੀਟਿੰਗ ਜਿਹੜੀ ਸੀ ਹਰੀ ਚੌਧਰੀ ਦੀ ਅਗਵਾਈ ਦੇ ਵਿੱਚ ਚੰਡੀਗੜ੍ਹ 'ਚ ਆਰਗੇਨਾਈਜ਼ ਕੀਤੀ ਗਈ। ਪਰ ਜਿਸ ਤਰੀਕੇ ਨਾਲ ਕਾਂਗਰਸ ਦਾ ਕਲਚਰ ਇਹੋ ਹੀ ਰਿਹਾ ਕਿ ਮੀਟਿੰਗ ਤਾਂ ਕਿਸੇ ਹੋਰ ਸੰਦਰਭ 'ਚ ਹੁੰਦੀ ਆ ਤੇ ਨਿਕਲਦਾ ਕੁਝ ਹੋਰ ਆ, ਤੇ ਇਹ ਵੀ ਉਹੀ ਹਾਲ, ਜਿਹੜੀ ਉਹੀ ਪਰੰਪਰਾ ਇਸ ਮੀਟਿੰਗ ਦੇ ਵਿੱਚ ਨਜ਼ਰ ਜਿਹੜੀ ਸਾਨੂੰ ਆਉਂਦੀ ਆ ਕਿ ਕਿਵੇਂ ਕਿਸ ਤਰੀਕੇ ਦੇ ਨਾਲ ਮੀਟਿੰਗ ਦੇ ਵਿੱਚ ਜਿਹੜੇ ਨੇਤਾ ਸਨ ਇੱਕ ਦੂਜੇ ਦੇ ਵਿਰੁੱਧ ਬੋਲੇ, ਇੱਕ ਦੂਜੇ ਦੇ ਵਿਰੁੱਧ ਭੜਾਸ ਕੱਢਦੇ ਨਜ਼ਰ ਆਏ। ਬਹੁਤ ਕੁਝ ਅਜਿਹੀਆਂ ਗੱਲਾਂ ਜਿਹੜੀਆਂ ਸਾਹਮਣੇ ਆਈਆਂ, ਜਿਹੜੀਆਂ ਕਾਂਗਰਸ ਦੇ ਉਸ ਕਲਚਰ ਤੋਂ ਹੀ ਪੇਸ਼ ਕਰ ਰਹੀਆਂ ਨੇ, ਜਿਹੜੀਆਂ ਪਿਛਲੇ ਸਮੇਂ ਦੇ ਵਿੱਚ ਚਰਨਜੀਤ ਸਿੰਘ ਚੰਨੀ ਜਾਂ ਉਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੇ ਸਮੇਂ, ਕਹਿਣ ਦਾ ਅਰਥ ਕਿ ਕਾਂਗਰਸ ਦਾ ਕਾਟੋ ਕਲੇਸ਼ ਹੀ ਇਸ ਮੀਟਿੰਗ ਦੇ ਵਿੱਚ ਭਾਰੂ ਰਿਹਾ। ਮੀਟਿੰਗ ਦੇ ਸਮੇਂ ਜਦੋਂ ਮੀਟਿੰਗ ਖਤਮ ਹੁੰਦੀ ਹੈ ਤਾਂ ਉਸ ਤੋਂ ਮਗਰੋਂ ਹਰੀ ਚੌਧਰੀ ਜਦੋਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ ਤਾਂ ਬੜੇ ਉਹਨਾਂ ਨੇ ਇਹੋ ਜਿਹੀਆਂ ਅਹਿਮ ਖੁਲਾਸੇ ਜਿਹੜੇ ਕੀਤੇ। ਹਾਲਾਂਕਿ ਉਹਨਾਂ ਨੇ ਆਪਣੀ ਗੱਲਬਾਤ ਰਾਹੀਂ ਇਹ ਦਰਸਾਉਣ ਦਾ ਯਤਨ ਕੀਤਾ ਕਿ ਪਾਰਟੀ ਦੇ ਵਿੱਚ ਸਭ ਕੁਝ ਠੀਕ ਠਾਕ ਆ, ਕੋਈ ਅਜਿਹੀ ਗੱਲ ਨਹੀਂ। ਪਰ ਜੋ ਕੁਝ ਸਾਹਮਣੇ ਆਇਆ ਉਹਦੇ ਅਨੁਸਾਰ ਤਾਂ ਇਹ ਗੱਲ ਕਹੀ ਜਾ ਸਕਦੀ ਕਿ ਪਾਰਟੀ ਦੇ ਵਿੱਚ ਜਿਹੜੀ ਗੁੱਟਬੰਦੀ ਆ ਉਹ ਹੋਰ ਜਿਹੜੀ ਆ ਉਹ ਵੱਧ ਗਈ ਆ। ਜਿਵੇਂ ਜਦੋਂ ਪੱਤਰਕਾਰਾਂ ਨੇ ਇਹ ਗੱਲ ਪੁੱਛੀ ਕਿ ਪੱਤਰਕਾਰਾਂ ਵਾਲੀ ਗੱਲ ਚਲੋ ਆਪਾਂ ਬਾਅਦ 'ਚ ਕਰਦੇ, ਹਰੀ ਚੌਧਰੀ ਨੇ ਵੀ ਇਹ ਗੱਲ ਕਹੀ ਆ ਕਿ ਜਿਹੜਾ ਗੱਲਬਾਤ ਆ ਉਹ ਪਾਰਟੀ ਪਲੇਟਫਾਰਮ ਤੇ ਹੋਣੀ ਚਾਹੀਦੀ ਆ। ਕਾਂਗਰਸ ਦੇ ਵਿੱਚ ਕੋਈ ਅਜਿਹੀ ਨਜ਼ਰ ਸਾਨੂੰ ਨਹੀਂ ਆ ਰਿਹਾ, ਕੋਈ ਅਜਿਹੀ ਸਥਿਤੀਆਂ ਨਹੀਂ ਹਨ ਕਿ ਜਿਹਦੇ ਨਾਲ ਕਿਸੇ ਦਾ ਕੋਈ ਨੁਕਸਾਨ ਹੋਇਆ ਹੋਵੇ। ਪਰ ਫਿਰ ਵੀ ਜੇਕਰ ਕਿਸੇ ਨੇ ਕੋਈ ਗੱਲ ਰੱਖਣੀ ਆ ਤਾਂ ਉਹ ਪਾਰਟੀ ਦੇ ਅੰਦਰ ਹੀ ਰੱਖੇ, ਮੀਡੀਆ ਤੇ ਜਾਣ ਤੋਂ ਗੁਰੇਜ਼ ਕਰਨਾ ਚਾਹੀਦਾ। ਕਾਂਗਰਸ ਇੱਕ ਪਰਿਵਾਰ ਆ। ਪਰ ਜਦੋਂ ਪੱਤਰਕਾਰਾਂ ਨੇ ਬਾਹਰ ਉਹਨਾਂ ਨੂੰ ਇਸ ਮੁੱਦੇ ਤੇ ਇਹ ਪੁੱਛਿਆ ਕਿ ਸੁਖਪਾਲ ਖਹਿਰੇ ਨੂੰ ਇਸ ਸੰਬੰਧ ਦੇ ਵਿੱਚ ਨੋਟਿਸ ਤੁਸੀਂ ਜਾਰੀ ਕੀਤਾ ਤਾਂ ਬਿਲਕੁਲ ਉਹ ਭੋਲੇਪਨ ਨਾਲ ਕਹਿੰਦੇ ਨਹੀਂ, ਮੈਨੂੰ ਤਾਂ ਪਤਾ ਨਹੀਂ, ਜੇ ਤੁਹਾਡੇ ਕੋਲ ਨੋਟਿਸ ਹੈਗਾ ਤਾਂ ਉਹ ਨੋਟਿਸ ਤੁਸੀਂ ਦਿਖਾ ਦਿਓ। ਇਹ ਹਰੀਸ਼ ਚੌਧਰੀ ਦਾ ਉਹ ਪੁਰਾਣਾ ਸਟਾਈਲ ਆ ਜਿਹੋ ਜਿਹਾ ਰਾਜਾ ਵੜਿੰਗ ਦਾ, ਉਹ ਕਿਉਂਕਿ ਦੋਵੇਂ ਇਕੱਠੇ ਚੱਲਦੇ ਰਹੇ ਨੇ। ਇਹੋ ਜਿਹਾ ਸਟਾਈਲ ਹੀ ਇਹਨਾਂ ਨੇ ਨਵਜੋਤ ਸਿੰਘ ਸਿੱਧੂ ਦੇ ਸੰਬੰਧ ਦੇ ਵਿੱਚ ਵੀ ਉਦੋਂ ਵਰਤਿਆ ਜਦੋਂ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਕਹਿੰਦੇ ਸੀ ਕਿ ਸ਼ਿਕਾਇਤ ਜਿਹੜੀ ਆ ਕਾਂਗਰਸ ਹਾਈ ਕਮਾਨ ਨੂੰ ਕਰ ਦਿੱਤੀ ਗਈ ਆ। ਤੇ ਜਦੋਂ ਪੱਤਰਕਾਰਾਂ ਨੇ ਹਰੀ ਚੌਧਰੀ ਨੂੰ ਪੁੱਛਿਆ ਕਿ ਉਹ ਸ਼ਿਕਾਇਤ ਦੇ ਸੰਬੰਧੀ, ਉਦੋਂ ਵੀ ਉਹਨਾਂ ਨੇ ਇਹੋ ਜਿਹੀ ਗੱਲ ਕਹੀ ਸੀ ਕਿ ਮੈਨੂੰ ਤਾਂ ਕੋਈ ਪਤਾ ਹੀ ਨਹੀਂ। ਤਾਂ ਵੇਖੋ, ਜੇਕਰ ਕੋਈ ਪਤਾ ਹੀ ਨਹੀਂ ਤਾਂ ਫਿਰ ਇਹ ਜਿਹੜੀਆਂ ਹਵਾਵਾਂ ਦੇ ਵਿੱਚ ਗੱਲਾਂ ਫਿਰ ਕਿਸ ਤਰ੍ਹਾਂ ਆ ਜਾਂਦੀਆਂ ਨੇ। ਕਹਿਣ ਦਾ ਅਰਥ ਆ ਕਿ ਇਸ ਵੇਲੇ ਲਖਵਿੰਦਰ ਜੀ, ਕਾਂਗਰਸ ਹਾਈ ਕਮਾਨ ਵੀ ਕਮਜ਼ੋਰ ਹੋ ਚੁੱਕੀ ਆ ਤੇ ਦੂਜੇ ਪਾਸੇ
ਪੰਜਾਬ ਦੀ ਕਾਂਗਰਸ ਤਾਂ ਹੈ ਹੀ ਕਮਜ਼ੋਰ, ਤੇ ਸ਼ਾਇਦ ਇਹੋ ਹੀ ਕਾਰਨ ਆ ਕਿ ਇਸ ਮੀਟਿੰਗ ਦੇ ਵਿੱਚ ਕਾਂਗਰਸ ਹਾਈ ਕਮਾਨ ਦੀਆਂ ਨੀਤੀਆਂ ਨੂੰ ਵੀ ਜਿਹੜੀ ਪੰਜਾਬ ਦੀ ਕਾਂਗਰਸ ਆਲੋਚਨਾ ਦਾ ਕੇਂਦਰ ਜਿਹੜਾ ਉਹ ਬਣਾਉਂਦੀ ਨਜ਼ਰ ਆਈ। ਉਹਨਾਂ ਨੇ ਵੀ ਕੇਂਦਰ ਦੀ ਕਾਂਗਰਸ ਹਾਈ ਕਮਾਨ ਦੀਆਂ ਨੀਤੀਆਂ ਦਾ ਜਿਹੜਾ ਵਿਰੋਧ ਕਰਦੀ ਹੋਈ ਉਹ ਨਜ਼ਰ ਆਈ। ਜਿਸ ਤਰੀਕੇ ਨਾਲ ਉਹਨਾਂ ਨੇ ਇੰਨੀ ਗੱਲ ਕਹੀ ਕਿ ਜਿਹੜੀ ਕਾਂਗਰਸ ਦੀ ਹਾਈ ਕਮਾਨ ਆ ਉਹ ਕੋਈ ਠੀਕ ਤਰੀਕੇ ਦੇ ਫੈਸਲੇ ਜਿਹੜੇ ਆ ਉਹ ਨਹੀਂ ਲੈ ਰਹੀ, ਜਿਸ ਕਰਕੇ ਕਾਂਗਰਸ ਪਾਰਟੀ ਦਾ ਨੁਕਸਾਨ ਜਿਹੜਾ ਦਿਨ ਬ ਦਿਨ ਹੋ ਰਿਹਾ, ਕਾਂਗਰਸ ਜਿਹੜੀ ਆ ਉਹ ਛੱਡ ਕੇ ਜਾ ਰਹੇ ਨੇ। ਹਾਲਾਂਕਿ ਇਹ ਜਿਹੜੀ ਆਲੋਚਨਾ ਸੀ ਕੇਂਦਰ ਦੀ ਕਾਂਗਰਸ ਦੀ ਹਾਈਕਮਾਨ ਦੀ 90 ਤੋਲੇ ਸ਼ਬਦਾਂ 'ਚ ਤੇ ਦੱਬੀ ਜ਼ਬਾਨ 'ਚ ਕੀਤੀ ਗਈ, ਪਰ ਟਾਰਗੇਟ ਜਿਹੜਾ ਸੀ ਕੁਝ ਮੁੱਦਿਆਂ ਤੇ ਕੇਂਦਰ ਦੀ ਕਾਂਗਰਸ ਹਾਈਕਮਾਨ ਨੂੰ ਵੀ ਕੀਤਾ ਗਿਆ। ਤਾਂ ਹੁਣ ਜਿਹੜਾ ਦੂਜਾ ਪ੍ਰਸ਼ਨ ਜਿਹੜਾ ਹੋਰ ਇਸ ਮੀਟਿੰਗ ਦੇ ਵਿੱਚ ਜਿਹੜਾ ਕਾਟੋ ਕਲੇਸ਼ ਨਜ਼ਰ ਆਇਆ, ਕਾਟੋ ਕਲੇਸ਼ ਇਹ ਨਜ਼ਰ ਆਇਆ ਕਿ ਜਿਸ ਤਰੀਕੇ ਨਾਲ ਬੀਤੇ ਦਿਨਾਂ ਤੋਂ ਕਾਂਗਰਸ ਦੇ ਮੌਜੂਦਾ ਪ੍ਰਧਾਨ ਜਿਹੜੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ, ਉਹਨਾਂ ਵੱਲੋਂ ਆਪਣੇ ਪਾਰਟੀ ਦੇ ਜਿਹੜੇ ਚੁਣੇ ਹੋਏ ਵਿਧਾਇਕ ਨੇ ਉਹਨਾਂ ਦੇ ਖਿਲਾਫ ਜਿਸ ਤਰੀਕੇ ਦੀ ਸਿਆਸੀ ਬਿਆਨਬਾਜ਼ੀ ਕੀਤੀ ਜਾ ਰਹੀ ਆ, ਉਸ ਬਿਆਨਬਾਜ਼ੀ ਤੇ ਉਸ ਤੋਂ ਪਹਿਲਾਂ ਜਿਹੜੇ ਕਾਂਗਰਸ ਦੇ ਕਈ ਸਾਬਕਾ ਵਿਧਾਇਕ, ਕਈ ਸਾਬਕਾ ਮੰਤਰੀ ਜਿਹੜੇ ਛੱਡ ਕੇ ਭਾਜਪਾ ਦੀ ਬੇੜੀ ਦੇ ਵਿੱਚ ਸਵਾਰ ਹੋ ਚੁੱਕੇ ਆ ਤੇ ਉਹਨਾਂ ਨੂੰ ਰੋਕਣ ਦੇ ਵਿੱਚ ਰਾਜਾ ਵੜਿੰਗ ਕਿਸ ਤਰੀਕੇ ਨਾਲ ਅਸਫਲ ਰਹੇ ਨੇ, ਇਹਦੇ ਉੱਤੇ ਵੀ ਕਹਿੰਦੇ ਚਰਚਾ ਹੋਈ। ਤਾਂ ਇਹ ਵੀ ਲੱਗਾ, ਇਹ ਵੀ ਮਹਿਸੂਸ ਹੋਇਆ ਜਾਂ ਗੱਲਾਂ ਤੋਂ ਜੋ ਸੂਤਰ ਅੰਦਰ ਦੀ ਜਾਣਕਾਰੀ ਦੱਸਦੇ ਆ ਕਿ ਸ਼ਾਇਦ ਰਾਜਾ ਵੜਿੰਗ ਦੀ ਪ੍ਰਧਾਨਗੀ ਵੀ ਖੁੱਸ ਸਕਦੀ ਹੈ ਜੇਕਰ ਅਜਿਹੇ ਹਾਲਾਤ ਰਹੇ, ਕਿਉਂਕਿ ਜੇਕਰ ਅਜਿਹੀਆਂ ਮੀਟਿੰਗਾਂ ਚੱਲਦੀਆਂ ਰਹੀਆਂ ਤਾਂ ਜਿਹਦੇ ਵਿੱਚ ਇੱਕ ਦੂਜੇ ਨੇਤਾ ਇੱਕ ਦੂਜੇ ਦੇ ਆਮੋ ਸਾਹਮਣੇ ਖਲੋਤੇ ਨਜ਼ਰ ਆਏ ਨੇ ਤਾਂ ਕੁਦਰਤੀ ਤੌਰ ਤੇ ਰਾਜਾ ਵੜਿੰਗ ਦੀ ਕੁਰਸੀ ਵੀ ਜਿਹੜੀ ਆ ਉਹ ਜਾ ਸਕਦੀ ਆ। ਬਾਕੀ ਲਖਵਿੰਦਰ ਜੀ ਇਸ ਵੇਲੇ ਅਗਰ ਵੇਖਿਆ ਜਾਵੇ ਕਾਂਗਰਸ ਉੱਤੋਂ ਲੈ ਕੇ ਥੱਲੇ ਤੱਕ ਬਿਲਕੁਲ ਸਾਹ ਸੱਤ ਵਿਹੂਣ ਜਿਹੜੀ ਆ ਹੋਈ ਪਈ ਆ, ਕਿਉਂਕਿ ਰਾਹੁਲ ਗਾਂਧੀ ਨੂੰ ਅਜੇ ਤੱਕ ਆਪ ਹੀ ਨਹੀਂ ਪਤਾ ਲੱਗਦਾ ਕਿ ਉਸਨੇ ਕਰਨਾ ਕੀ। ਅੱਜ ਇੱਕ ਬਿਆਨ ਜਿਹੜਾ ਪਤਾ ਨਹੀਂ ਕਿਸੇ ਨੇਤਾ ਦਾ ਆਇਆ, ਉਹਨੇ ਇਹ ਗੱਲ ਕਹੀ ਕਿ ਰਾਹੁਲ ਗਾਂਧੀ ਦੀ ਰਾਜਨੀਤੀ ਦੇ ਵਿੱਚ ਦਿਲਚਸਪੀ ਹੀ ਕੋਈ ਨਹੀਂ ਆ। ਹੁਣ ਜਿਸ ਬੰਦੇ ਦੀ ਦਿਲਚਸਪੀ ਹੀ, ਹਾਲਾਂਕਿ ਇੱਕ ਕਾਂਗਰਸੀ ਨੇਤਾ ਦਾ ਬਿਆਨ ਆ, ਗੁਲਾਮ ਨਬੀ ਆਜ਼ਾਦ ਦਾ ਮੇਰਾ ਖਿਆਲ ਚ, ਜੇ ਮੈਂ ਭੁੱਲਦਾ ਨਾ ਹੋਵਾਂ, ਤਾਂ ਗੁਲਾਮ ਨਬੀ ਆਜ਼ਾਦ ਕਾਂਗਰਸ ਦੇ ਕਹਿ ਸਕਦੇ ਕਿ ਸਰਕਾਰ ਦਾ ਮੈਂਬਰਾਂ ਦੇ ਵਿੱਚੋਂ ਇੱਕ ਰਹੇ ਨੇ, ਰੀੜ ਦੀ ਹੱਡੀ ਰਹੇ ਨੇ, ਜਿਨ੍ਹਾਂ ਨੇ ਪੂਰਨ ਤੌਰ ਤੇ ਕਾਂਗਰਸ ਨੂੰ ਇੱਕ ਪੂਰਾ ਆਪਣਾ ਜੀਵਨ ਦੇ ਕਈ ਦਹਾਕੇ ਦਿੱਤੇ। ਤਾਂ ਜੇਕਰ ਉਹ ਅਜਿਹੇ ਵਿਅਕਤੀ ਗੱਲ ਕਰਦੇ ਨੇ ਕੁਦਰਤੀ ਤੌਰ ਤੇ, ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਰਾਜਨੀਤੀ ਵਿੱਚ ਰਾਹੁਲ ਗਾਂਧੀ ਦੀ ਦਿਲਚਸਪੀ ਨਹੀਂ ਆ, ਤਾਂ ਬੜੇ ਵੱਡੇ ਗੰਭੀਰ ਪ੍ਰਸ਼ਨ ਜਿਹੜੇ ਨੇ ਉਹ ਰਾਹੁਲ ਗਾਂਧੀ ਦੀ ਅਗਵਾਈ ਤੇ ਕਾਂਗਰਸ ਦੇ ਭਵਿੱਖ ਤੇ ਨਿਸ਼ਚਿਤ ਕਰਦੇ ਨੇ। ਤਾਂ ਫਿਰ ਉਸੇ ਹਿਸਾਬ ਦੇ ਨਾਲ ਪੰਜਾਬ ਕਾਂਗਰਸ ਦਾ ਜੋ ਹਾਲ ਹੋ ਰਿਹਾ, ਜੇਕਰ ਅੱਜ ਪੰਜਾਬ ਕਾਂਗਰਸ ਦੀ ਇਹ ਮੀਟਿੰਗ ਜਿਹੜੀ ਕਰਨੀ ਤੇ ਉਸ ਤਿਆਰੀਆਂ ਦੇ ਸੰਬੰਧ ਸੀ, ਪਰ ਆਪਸੀ ਗਿਲੇ ਸ਼ਿਕਵਿਆਂ ਦੇ ਪ੍ਰਦਰਸ਼ਨ ਤੱਕ ਹੀ ਜਾਂ ਗਿਲੇ ਸ਼ਿਕਵਨ ਪ੍ਰਗਟਾਵਿਆਂ ਤੱਕ ਹੀ ਇਹ ਸੀਮਤ ਰਹਿ ਗਈ, ਤਾਂ ਫਿਰ ਤੁਸੀਂ ਦੇਖ ਲਓ ਕਾਂਗਰਸ ਦਾ ਕੀ ਹਾਲ ਹੋ ਸਕਦਾ। ਕਿਉਂਕਿ ਇਹ ਬੀਤੇ ਦੌਰ 'ਚ ਲਖਵਿੰਦਰ ਜੀ ਵੇਖਿਆ ਜਾਵੇ, ਕਦੇ ਹਰੀਸ਼ ਚੌਧਰੀ, ਕਦੇ ਹਰੀਸ਼ ਰਾਵਤ, ਕਦੇ ਜਿਹੜੇ ਹੋਰ ਇੱਕ ਕਾਂਗਰਸ ਦੇ ਪ੍ਰਧਾਨ ਸੀ, ਜਿਹੜੇ ਵੀ ਕਾਂਗਰਸ ਦੇ ਜਿਹੜੇ ਇੰਚਾਰਜ ਲਾਏ ਜਾਂਦੇ ਰਹੇ, ਉਹਨਾਂ ਨੇ ਹਮੇਸ਼ਾ ਪੰਜਾਬ ਦੀ ਕਾਂਗਰਸ ਦੇ ਵਿੱਚ ਅੰਦਰੂਨੀ ਕਲੇਸ਼ ਨੂੰ ਘੱਟ ਕਰਨ ਦੀ ਬਜਾਏ ਜ਼ਿਆਦਾ ਗੁੱਟਬਾਜ਼ੀ ਤੇ ਖਹਿਬਾਜ਼ੀਆਂ ਨੂੰ, ਧੜੇਬਾਜ਼ੀਆਂ ਨੂੰ ਪੈਦਾ ਕੀਤਾ। ਆਸ਼ਾ ਕੁਮਾਰੀ ਸੀ ਮੇਰਾ ਖਿਆਲ, ਮੈਂ ਜੇਕਰ ਗਲਤ ਨਾ ਹੋਵਾਂ, ਤਾਂ ਉਹਨਾਂ ਤੇ ਵੀ ਇਲਜ਼ਾਮ ਇਹੋ ਜਿਹੇ ਲੱਗਦੇ ਰਹੇ। ਤਾਂ ਜਿੰਨੇ ਵੀ ਪੰਜਾਬ ਕਾਂਗਰਸ ਦੇ ਇੰਚਾਰਜ ਲੱਗੇ ਨੇ, ਉਹਨਾਂ ਇੰਚਾਰਜਾਂ ਨੇ ਅੱਜ ਤੱਕ ਬਲਦੀ ਤੇ ਤੇਲ ਹੀ ਪਾਇਆ, ਕਿਤੇ ਵੀ ਕਾਂਗਰਸੀ ਨੂੰ ਇਕੱਠਾ ਕਰਨ ਦਾ ਯਤਨ ਜਿਹੜਾ ਉਹ ਨਹੀਂ ਉਹਨਾਂ ਨੇ ਕੀਤਾ। ਤਾਂ ਇਹੋ ਹੀ ਕਾਰਨ ਆ ਕਿ ਜਿਹੜੀਆਂ 2017 ਦੀਆਂ ਚੋਣਾਂ ਸੀ, ਮਾਫ ਕਰਨਾ 2022 ਦੀਆਂ ਜਿਹੜੀਆਂ ਚੋਣਾਂ ਸੀ, ਕਾਂਗਰਸ ਦਾ ਉੱਥੇ ਕੀ ਹਾਲ ਹੋਇਆ। ਤਾਂ ਇਹੋ ਜਿਹੀਆਂ ਸਥਿਤੀਆਂ ਦੇ ਵਿੱਚ ਅੱਜ ਇਹ ਮੀਟਿੰਗ ਜਿਹੜੀ ਚੰਡੀਗੜ੍ਹ 'ਚ ਆਰਗੇਨਾਈਜ਼ ਕੀਤੀ ਗਈ, ਇਹੋ ਕੁਝ ਸਾਹਮਣੇ ਆਇਆ ਕਿ ਗਿਲੇ ਸ਼ਿਕਵੇ ਹਰ ਬੰਦੇ ਦੇ ਦੂਰ ਨਹੀਂ ਕੀਤੇ ਜਾ ਸਕਦੇ, ਜਿਸ ਤਰ੍ਹਾਂ ਹਰੀਸ਼ ਚੌਧਰੀ ਨੇ ਵੀ ਕਿਹਾ, ਪਰ ਹਰ ਬੰਦਾ ਇਸ ਵੇਲੇ ਆਪੋ ਆਪਣੀ ਥਾਂ ਤੇ ਇੱਕ ਨਿਰਾਸ਼ਤਾ ਦੇ ਆਲਮ ਦੇ ਵਿੱਚ ਕਾਂਗਰਸ ਪਾਰਟੀ ਦੇ ਵਿੱਚ ਬੈਠਾ। ਸ਼ਾਇਦ ਇੱਕ ਯੋਗ ਅਗਵਾਈ ਨਹੀਂ ਮਿਲ ਰਹੀ, ਜਾਂ ਅਸੀਂ ਇਹ ਕਹਿ ਸਕਦੇ ਕਿ ਜਿਹੜੇ ਜਿੱਤੇ ਵਿਧਾਇਕ ਨੇ ਉਹਨਾਂ ਦੇ ਸੁਪਨੇ ਬੜੇ ਵੱਡੇ ਨੇ, ਜਿਨ੍ਹਾਂ ਦੀ ਪੂਰਤੀ ਜਿਹੜੀ ਆ ਕਾਂਗਰਸ ਹਾਈਕਮਾਨ ਨਹੀਂ ਕਰ ਪਾ ਰਹੀ। ਜਾਂ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਇਸ ਵੇਲੇ ਜਿਸ ਤਰੀਕੇ ਦੇ ਨਾਲ ਕਾਂਗਰਸ ਦੇ ਸਾਬਕਾ ਮੰਤਰੀਆਂ ਤੇ ਸਾਬਕਾ ਵਿਧਾਇਕਾਂ ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗ ਰਹੇ ਆ, ਤੇ ਜਿਸ ਤਰੀਕੇ ਨਾਲ ਵਿਜੀਲੈਂਸ ਦਾ ਸਕੰਜਾ ਉਹਨਾਂ ਦੇ ਆਲੇ ਦੁਆਲੇ ਕੱਸਿਆ ਜਾ ਰਿਹਾ, ਸ਼ਾਇਦ ਇਸ ਕਾਰਨ ਇਹ ਜਿਹੜੇ ਵਿਧਾਇਕ ਨੇ ਅੰਦਰੀ ਕਾਂਗਰਸ ਦੇ ਇਹ ਵਰਕਰ ਜਾਂ ਵਿਧਾਇਕ ਜਿਹੜੇ ਮੀਟਿੰਗ 'ਚ ਸ਼ਾਮਲ ਹੋਏ, ਅੰਦਰੋਂ ਅੰਦਰ ਇੰਨੇ ਡਰੇ ਹੋਏ ਨੇ ਕਿ ਸਰਕਾਰ ਦੇ ਸਾਹਮਣੇ ਕੁਝ ਵੀ ਨਹੀਂ ਜਾ ਸਕਦੇ, ਤੇ ਇਸ ਗੱਲ ਦੀ ਆਸ ਵਿੱਚ ਨੇ ਕਿ ਸ਼ਾਇਦ ਕਾਂਗਰਸ ਹਾਈਕਮਾਨ ਸਾਡੀ ਪਿੱਠ ਤੇ ਖਲੋਵੇ। ਤਾਂ ਕਾਂਗਰਸ ਹਾਈਕਮਾਨ ਵੀ ਸ਼ਾਇਦ ਪੱਲਾ ਇਹਨਾਂ ਤੋਂ ਝਾੜ ਚੁੱਕੀ ਆ। ਸ਼ਾਇਦ ਇਹੋ ਜਿਹਾ ਇੱਕ ਆਲਮ ਜਿਹੜਾ ਇਹਨਾਂ ਪੰਜਾਬ ਦੀ ਮੌਜੂਦਾ ਕਾਂਗਰਸ ਦੇ ਵਿੱਚ ਵੇਖਣ ਨੂੰ ਮਿਲ ਰਿਹਾ, ਜਿਸ ਕਰਕੇ ਪਾਰਟੀ ਦੇ 4 ਸਤੰਬਰ ਦਾ ਪ੍ਰੋਗਰਾਮ ਕੀ ਹੋਣਾ ਜਾਂ ਕੀ ਨਹੀਂ ਹੋਣਾ, ਬਸ ਇਹ ਜਿਹੜਾ ਪ੍ਰੋਗਰਾਮ ਸੀ, ਇਹ ਮੀਟਿੰਗ ਜਿਹੜੀ ਸੀ, ਆਪਣੇ ਹੀ ਗਿਲੇ ਸ਼ਿਕਵਿਆਂ ਦੇ ਪ੍ਰਗਟਾਵਿਆਂ ਤੱਕ ਸੀਮਤ ਜਿਹੜੀ ਰਹਿ ਗਈ। ਇਸ ਮੀਟਿੰਗ 'ਚੋਂ ਨਿਕਲਿਆ ਕੱਖ ਨਹੀਂ। ਜਿਸ ਤਰੀਕੇ ਨਾਲ
ਇਹਨਾਂ ਨੇ ਪਹਿਲਾਂ ਸੋਚਿਆ ਸੀ। ਸੋ ਬਾਕੀ ਲਖਵਿੰਦਰ ਜੀ, ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਈਡੀ ਦੇ ਸਾਹਮਣੇ ਰਾਹੁਲ ਗਾਂਧੀ ਤੇ ਪ੍ਰਿयंका ਗਾਂਧੀ ਨੂੰ ਮਾਫ ਕਰਨਾ ਨਹੀਂ, ਰਾਹੁਲ ਗਾਂਧੀ ਔਰ ਸੋਨੀਆ ਗਾਂਧੀ ਨੇ ਜਦੋਂ ਪੇਸ਼ ਹੋਣਾ ਸੀ ਤਾਂ ਉਦੋਂ ਵੀ ਕਾਂਗਰਸ ਵੱਲੋਂ ਦੇਸ਼ ਵਿਆਪੀ ਇੱਕ ਵਿਰੋਧ ਪ੍ਰਦਰਸ਼ਨ ਕਰਨ ਦਾ ਪ੍ਰੋਗਰਾਮ ਜਿਹੜਾ ਆਰਗੇਨਾਈਜ਼ ਕੀਤਾ ਗਿਆ। ਬਹਾਨਾ ਉਹਦੇ 'ਚ ਵੀ ਇਹੋ ਹੀ ਸੀ ਕਿ ਮਹਿੰਗਾਈ ਦੇ ਵਿਰੁੱਧ ਅਸੀਂ ਕਰਨਾ, ਪਰ ਹਾਲਾਂਕਿ ਉਹ ਪ੍ਰੋਗਰਾਮ ਜਿਹੜਾ ਇੱਕ ਸ਼ਕਤੀ ਪ੍ਰਦਰਸ਼ਨ ਸੀ ਤੇ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦੇ ਹੱਕ ਵਿੱਚ ਇਹ ਪ੍ਰਗਟਾਵਾ ਕਰਦਾ ਸੀ ਕਿ ਪਾਰਟੀ ਤੁਹਾਡੀ ਪੂਰਨ ਪਿੱਠ ਤੇ ਖਲੋਤੀ ਹੈ, ਪਰ ਉਹ ਵੀ ਜ਼ਿਆਦਾ ਕੋਈ ਕਾਮਯਾਬ ਨਹੀਂ ਹੋਇਆ। ਤੇ ਹੁਣ ਵੀ ਇਹ ਲੱਗਾ ਕਿ ਸ਼ਾਇਦ ਆਉਂਦਿਆਂ ਦਿਨਾਂ ਦੇ ਵਿੱਚ ਕਾਂਗਰਸ ਜਿਹੜੀ ਉੱਚ ਕਾਂਗਰਸ ਦੀ ਹਾਈ ਕਮਾਨ ਆ ਦੁਬਾਰਾ ਈਡੀ ਨੂੰ ਉਹਨਾਂ ਨੂੰ ਸੱਦ ਸਕਦੀ ਆ। ਸ਼ਾਇਦ ਇਹੋ ਹੀ ਕਾਰਨ ਹੋਵੇ ਕਿ ਰਾਹੁਲ ਗਾਂਧੀ ਵੱਲੋਂ 4 ਸਤੰਬਰ ਨੂੰ ਰਾਹੁਲ ਗਾਂਧੀ ਨੇ ਮਾਫ ਕਰਦਾ ਇਸ ਕਾਂਗਰਸ ਵੱਲੋਂ ਜਿਹੜਾ ਵਿਰੋਧ ਪ੍ਰਦਰਸ਼ਨ ਕਰਨਾ ਮਹਿੰਗਾਈ ਦੇ ਵਿਰੁੱਧ ਇੱਕ ਬਹਾਨੇ ਦੇ ਰੂਪ ਦੇ ਵਿੱਚ ਫਿਰ ਕਾਂਗਰਸ ਨੂੰ ਇਕੱਠੇ ਕਰਨ ਦਾ ਇੱਕ ਸੰਕੇਤ ਦਿੱਤਾ ਗਿਆ ਹੋਵੇ। ਬਾਕੀ ਪੰਜਾਬ ਦੀ ਅਸੀਂ ਗੱਲ ਕੀਤੀ, ਇਸ ਮੀਟਿੰਗ ਦੇ ਵਿੱਚ ਆਪਸੀ ਗਿਲੇ ਸ਼ਿਕਵੇ ਹੀ ਸਾਹਮਣੇ ਆਏ ਔਰ ਇਹ ਸਮਝਿਆ ਜਾਣ ਲੱਗਾ ਆ ਕਿ ਸ਼ਾਇਦ ਜਿਸ ਤਰੀਕੇ ਦਾ ਵਿਰੋਧ ਰਾਜਾ ਵੜਿੰਗ ਦੇ ਪ੍ਰਤੀ ਮੀਟਿੰਗ ਦੇ ਵਿੱਚ ਕਾਂਗਰਸੀ ਵਿਧਾਇਕਾਂ ਨੇ ਦਿਖਾਇਆ ਜਾਂ ਕਾਂਗਰਸੀ ਹੋਰ ਸਾਬਕਾ ਵਿਧਾਇਕਾਂ ਨੇ ਦਿਖਾਇਆ, ਉਹਨਾਂ ਦੇ ਅਨੁਸਾਰ ਇਸ ਤਰ੍ਹਾਂ ਮਹਿਸੂਸ ਹੁੰਦਾ ਕਿ ਕੁਰਸੀ ਜਿਹੜੀ ਆ ਉਸ ਨੂੰ ਵੀ ਰਾਜਾ ਵੜਿੰਗ ਦੀ ਕੁਰਸੀ ਵੀ ਜਿਹੜੀ ਆ ਉਹ ਹਿਲ ਸਕਦੀ ਆ, ਕੋਈ ਜ਼ਿਆਦਾ ਵੱਡੀ ਸੰਭਾਵਨਾ ਨਹੀਂ ਜੀ। ਤੇ ਦੂਸਰੇ ਪਾਸੇ ਜੇਕਰ ਆਪਾਂ ਹਰੀਸ਼ ਚੌਧਰੀ ਦੇ ਬਿਆਨ ਨੂੰ ਲਈਏ, ਜਿਵੇਂ ਉਹ ਕਹਿ ਰਹੇ ਨੇ ਵੀ ਕਾਂਗਰਸ ਬਿਲਕੁਲ ਇਕਜੁੱਟ ਹੈ, ਕਾਂਗਰਸ ਦੇ ਵਿੱਚ ਕੋਈ ਗਿਲੇ ਸ਼ਿਕਵੇ ਨਹੀਂ, ਕਾਂਗਰਸ ਦੇ ਵਿੱਚ ਕੋਈ ਕਲੇਸ਼ ਨਹੀਂ, ਤੇ ਨਾਲ ਹੀ ਨਾਲ ਜਿਸ ਤਰੀਕੇ ਦੇ ਨਾਲ ਉਹ ਯੂ ਟਰਨ ਲੈਂਦੇ ਹੋਏ ਨਜ਼ਰ ਆਏ ਨੇਗੇ ਸੁਖਪਾਲ ਸਿੰਘ ਖਹਿਰਾ ਦੇ ਨੋਟਿਸ ਦੇ ਉੱਪਰ, ਕੀ ਦੇਖ ਰਹੇ ਹੋ ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਦੇ ਵਿੱਚ ਸਭ ਕੁਝ ਠੀਕ ਹੋ ਜਾਏਗਾ? ਖਾਸ ਤੌਰ ਤੇ ਰਾਜਾ ਵੜਿੰਗ ਤੇ ਸੁਖਪਾਲ ਖਹਿਰਾ ਦੇ ਵਿੱਚ ਜੋ ਸ਼ਬਦਾਂ ਦੀ ਜੰਗ ਚੱਲ ਰਹੀ ਸੀ ਉਹਦੇ ਉੱਪਰ ਵਿਰਾਮ ਲੱਗਦਾ ਹੋਇਆ ਨਜ਼ਰ ਆ ਰਿਹਾ ਹੈਗਾ। ਲਖਵਿੰਦਰ ਜੀ, ਇਹ ਤਾਂ ਗੱਲਾਂ ਪਿਛਲੇ ਸਾਲ ਤੋਂ ਆਪਾਂ ਪ੍ਰੋਗਰਾਮ ਕਾਂਗਰਸ ਨੂੰ ਆਪਾਂ ਕਵਰ ਕਰਦੇ ਆ ਰਹੇ ਹਾਂ। ਇਹ ਤਾਂ ਗੱਲਾਂ ਨਵਜੋਤ ਸਿੱਧੂ ਤੇ ਚਰਨਜੀਤ ਸਿੰਘ ਚੰਨੀ ਦੀ ਜਦੋਂ ਇੱਟ ਖੜਕਾ ਉਦੋਂ ਵੀ ਉਸ ਸਮੇਂ ਦੇ ਇੰਚਾਰਜ ਕਹਿੰਦੇ ਰਹੇ ਨੇ ਕਿ ਕਾਂਗਰਸ ਇੱਕ ਮੁੱਠ ਆ। ਉਦੋਂ ਵੀ ਕਹਿੰਦੇ ਰਹੇ ਜਦੋਂ ਕੈਪਟਨ ਅਮਰਿੰਦਰ ਸਿੰਘ ਦੇ ਵਿਰੁੱਧ ਜਹਾਜ਼ ਭਰ ਕੇ ਗੱਡੀਆਂ ਭਰ ਕੇ ਰਾਜਸਥਾਨ ਉੱਤੋਂ ਦੀ ਚਲੇ ਜਾਂਦੀਆਂ ਰਹੀਆਂ ਸੀ ਦਿੱਲੀ, ਉਦੋਂ ਵੀ ਕਹਿੰਦੇ ਕਾਂਗਰਸ ਇਕਜੁੱਟ ਆ। ਇਹ ਤਾਂ ਪਾਰਟੀ ਹਮੇਸ਼ਾ ਇਕਜੁੱਟ ਹੀ ਹੁੰਦੀ ਆ। ਉਹ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੀ ਕਹਿ ਦਿੰਦੇ ਕਿ ਸਾਡੀ ਪਾਰਟੀ ਜਿਹੜੀ ਇਕਜੁੱਟ ਆ, ਪਰ ਉਸ ਇਕਜੁੱਟਤਾ ਦਾ ਉਦੋਂ ਵੀ ਪਤਾ ਲੱਗਦਾ ਜਦੋਂ ਧੜਾ ਧੜ ਬੰਦੇ ਪਾਰਟੀ ਨੂੰ ਛੱਡ ਕੇ ਕਿਸੇ ਦੂਜੇ ਪਾਸੇ ਚੱਲ ਜਾਂਦੇ ਆ ਜਾਂ ਦੂਜੇ ਪਾਸੇ ਵਿਰੋਧ ਕਰਨਾ ਸ਼ੁਰੂ ਕਰ ਦਿੰਦੇ ਆ। ਇਹ ਇੱਕ ਉਦਾਹਰਨ ਆ। ਬਾਕੀ ਉਹ ਹਰੀਸ਼ ਚੌਧਰੀ ਦੀ ਇਹ ਜਿਹੜਾ ਬਿਆਨ ਆ ਇਹ ਬਤੌਰ ਇੰਚਾਰਜ ਉਹਨਾਂ ਦਾ ਇਹੋ ਹੀ ਦੇਣਾ ਬਣਦਾ ਸੀ ਕਿ ਬਿਲਕੁਲ ਪਾਰਟੀ ਇਕਜੁੱਟ ਆ, ਤੇ ਜੇ ਲਖਵਿੰਦਰ ਜੀ ਇਕਜੁੱਟ ਹੁੰਦੀ ਫਿਰ ਸੰਦੀਪ ਜਾਖੜ, ਸੁਖਪਾਲ ਸਿੰਘ ਖਹਿਰਾ ਜਾਂ ਹੋਰ ਵਿਅਕਤੀ ਜਿਹੜੇ ਨੇ ਰਾਜਾ ਵੜਿੰਗ ਦੇ ਖਿਲਾਫ ਆਪਣੀ ਬਿਆਨਬਾਜ਼ੀ ਨਾ ਕਰਦੇ ਤੇ ਦੂਜੇ ਪਾਸੇ ਰਾਜਾ ਵੜਿੰਗ ਵੀ ਉਹਨਾਂ ਦੇ ਵਿਰੁੱਧ ਆਪਣੀ ਬੋਲ ਕਬੋਲ ਨਾ ਬੋਲਦੇ। ਭਾਵ ਹਰ ਪਾਸੇ ਤਾਂ ਫਰੰਟ ਖੁੱਲੇ ਨੇ। ਇਹ ਤਾਂ ਕੋਈ ਬੇਵਕੂਫੀ ਹੋਊਗਾ ਜਿਹੜਾ ਇੰਨੀ ਗੱਲ ਕਹਦੇ ਕਿ ਹਾਂ ਕਾਂਗਰਸ ਜਿਹੜੀ ਆ ਬਿਲਕੁਲ ਇਕਜੁੱਟ ਨਹੀਂ ਆ। ਜੇਕਰ ਇਹਨਾਂ ਸੁਖਪਾਲ ਖਹਿਰਾ ਤੇ ਸੰਦੀਪ ਜਾਖੜ ਤੋਂ ਇਲਾਵਾ ਵੀ ਵੇਖਿਆ ਜਾਏ ਤਾਂ ਜਿਹੜੇ ਦੂਜੇ ਸੀਨੀਅਰ ਵਿਧਾਇਕ ਨੇ, LOP ਲੀਡਰ ਸਰਦਾਰ ਪ੍ਰਤਾਪ ਸਿੰਘ ਬਾਜਵਾ, ਉਹ ਵੀ ਕਈਆਂ ਮੁੱਦਿਆਂ ਦੇ ਉੱਤੇ ਆਪਣੇ ਰਾਜਾ ਵੜਿੰਗ ਨਾਲ ਸਹਿਮਤ ਨਜ਼ਰ ਨਹੀਂ ਆਉਂਦੇ। ਖਾਸ ਤੌਰ ਤੇ ਭਾਰਤ ਭੂਸ਼ਣ ਆਸ਼ੂ ਦੇ ਸੰਬੰਧ ਵਿੱਚ ਜਿਸ ਤਰੀਕੇ ਨਾਲ ਧਰਨਾ ਦਿੱਤਾ ਗਿਆ, ਉਹਨਾਂ ਨੇ ਬਿਲਕੁਲ ਆਪਣੇ ਆਪ ਦੀ ਇੱਕ ਦੂਰੀ ਜਿਹੜੀ ਬਣਾ ਕੇ ਰੱਖੀ। ਬੜੇ ਇਹੋ ਜਿਹੇ ਮੁੱਦੇ ਨੇ ਜਿੱਥੇ ਸੁਖਜਿੰਦਰ ਸਿੰਘ ਰੰਧਾਵਾ ਵੀ ਕੁਝ ਹੋਰ ਤਰੀਕੇ ਨਾਲ ਸੋਚਦਾ। ਕਾਂਗਰਸ ਜਿਹੜੀ ਹੈ ਇਸ ਵੇਲੇ ਜਿਹੜੀ ਹੈ ਇਕਮੁੱਠ ਪੰਜਾਬ ਦੇ ਵਿੱਚ ਇਕਜੁੱਟ ਜਿਹੜੀ ਨਹੀਂ ਹੈਗੀ, ਇਹ ਗੱਲ ਕਲੀਅਰ ਆ। ਬਾਕੀ ਹਰੀਸ਼ ਰਾਵਤ ਦੇ ਇਹ ਬਿਆਨ ਜਿਹੜੇ ਨੇ ਉਹ ਦਿੱਤੇ ਜਾ ਸਕਦੇ। ਬਾਕੀ ਰਹੀ ਗੱਲ ਬਿਆਨਬਾਜ਼ੀ ਦੀ ਰਾਜਾ ਵੜਿੰਗ ਦੀ ਔਰ ਸੁਖਪਾਲ ਖਹਿਰੇ ਦੀ, ਇਹ ਬਿਆਨਬਾਜ਼ੀ ਲਖਵਿੰਦਰ ਜੀ ਤੁਸੀਂ ਆਪ ਸਿਆਣੇ ਜੇ, ਕਿੱਥੇ ਕਦੀ ਰੁਕੀ ਹੈ? ਜਦੋਂ ਮਨਾਂ ਦੇ ਵਿੱਚ ਇੰਨੇ ਇੱਕ ਦੂਜੇ ਦੇ ਪ੍ਰਤੀ ਤਿੱਖਾ ਵਿਰੋਧ ਹੋਵੇ ਤਾਂ ਕਿੱਥੇ ਗੱਲ ਬਣਦੀ ਹੈ। ਮੈਂ ਲਖਵਿੰਦਰ ਜੀ ਗੱਲ ਚੱਲਦੇ ਇੱਕ ਮੈਨੂੰ ਗੱਲ ਯਾਦ ਆ ਗਈ ਕਿ ਜਿਸ ਤਰੀਕੇ ਨਾਲ ਰਾਜਾ ਵੜਿੰਗ ਨੇ ਭਾਰਤ ਭੂਸ਼ਣ ਆਸ਼ੂ ਦੇ ਹੱਕ ਦੇ ਵਿੱਚ ਜਿਹੜਾ ਇੱਕ ਮੋਰਚਾ ਜਿਹੜਾ ਲਾਇਆ, ਪ੍ਰਦਰਸ਼ਨ ਕੀਤਾ ਔਰ ਉਹਦੇ ਹੱਕ 'ਚ ਖੁੱਲ੍ਹ ਕੇ ਨਿੱਤਰੇ ਕਾਂਗਰਸ ਹਾਈਕਮਾਨ। ਕੱਲ ਨੂੰ ਮੰਨ ਲਓ ਕਿ ਮਨਪ੍ਰੀਤ ਸਿੰਘ ਬਾਦਲ ਦੇ ਖਿਲਾਫ ਵਿਜੀਲੈਂਸ ਕੋਈ ਕਾਰਵਾਈ ਕਰਦੀ ਹੈ ਜਾਂ ਮਨਪ੍ਰੀਤ ਬਾਦਲ ਨੂੰ ਹੱਥ ਪਾਉਂਦੀ ਆ ਤਾਂ ਫਿਰ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਬਤੌਰ ਪਾਰਟੀ ਪ੍ਰਧਾਨ ਕੀ ਰੋਲ ਹੋਏਗਾ? ਕਿਉਂਕਿ ਉਸ ਹਲਕੇ ਦੇ ਵਿੱਚ ਦੋਵਾਂ ਦੀ ਦੁਸ਼ਮਣੀ ਜਿਹੜੀ ਆ ਜਗ ਜ਼ਾਹਰ ਹੈ। ਆਪਣੇ ਹਲਕੇ 'ਚ ਗਿੱਦੜਬਾਹਾ ਹਲਕੇ ਤੋਂ ਜਾਂ ਉਸ ਇਲਾਕੇ ਤੋਂ ਜਿੱਥੋਂ ਰਾਜਾ ਵੜਿੰਗ ਤੇ ਮਨਪ੍ਰੀਤ ਸਿੰਘ ਬਾਦਲ ਨੇ, ਫਿਰ ਉੱਥੇ ਰਾਜਾ ਵੜਿੰਗ ਦੀ ਭੂਮਿਕਾ ਕੀ ਹੋਏਗੀ? ਜਿਹੜੇ ਇੱਕ ਦੂਜੇ ਨੂੰ ਹਰਾਉਣ ਦੇ ਦੋਸ਼ ਲਗਾਉਂਦੇ ਨੇ ਇੱਕ ਦੂਜੇ ਦੇ ਉੱਤੇ, ਤਾਂ ਫਿਰ ਕੀ ਮਨਪ੍ਰੀਤ ਬਾਦਲ ਦੇ ਹੱਕ ਦੇ ਵਿੱਚ ਰਾਜਾ ਵੜਿੰਗ ਖਲੋਣਗੇ? ਇੱਥੋਂ ਹੀ ਪਾਰਟੀ ਦਾ ਪਤਾ ਲੱਗ ਜਾਏਗਾ ਕਿਉਂਕਿ ਇਹ ਇਕਜੁੱਟਤਾ ਹੈਗੀ ਹੈ ਕਿ ਨਹੀਂ। ਕਿਉਂਕਿ ਭਾਰਤ ਭੂਸ਼ਣ ਦਾ ਆਸ਼ੂ ਦੇ ਕੇਸ ਵਿੱਚ ਮਨਪ੍ਰੀਤ ਸਿੰਘ ਬਾਦਲ ਕਿਤੇ ਵੀ ਨਜ਼ਰੀ ਨਹੀਂ ਆਏ, ਪਤਾ ਹੀ ਨਹੀਂ ਉਹ ਹੈ ਵੀ ਆ ਨਹੀਂ ਵੀ ਹੈਗੇ, ਪਤਾ ਹੀ ਨਹੀਂ। ਪਰ ਸਰੂਪ ਚੰਦ ਸਿਗਲੇ ਨੇ ਉਹਨਾਂ ਨੂੰ ਅੱਗੇ ਲਿਆ ਕੇ ਦੱਸਤਾ ਤੇ ਉਹਨਾਂ ਦੇ ਖਿਲਾਫ ਵਿਜੀਲੈਂਸ ਦੀ ਜਾਂਚ ਜਿਹੜੀ ਸ਼ੁਰੂ ਹੋ ਗਈ। ਇਕਜੁੱਟਤਾ ਤਾਂ ਤੁਸੀਂ ਇੱਥੇ ਹੀ ਵੇਖ ਲਓ, ਤੇ ਇਕਜੁੱਟਤਾ ਦਾ ਉਦੋਂ ਵੇਖਿਓ ਕਿ ਜੇ ਰੱਬ ਕਰੇ ਕਿ ਜੇਕਰ ਮਨਪ੍ਰੀਤ ਸਿੰਘ ਬਾਦਲ ਹੁਣੀ ਫਸ ਜਾਂਦੇ ਆ
ਤੇ ਕੀ ਰਾਜਾ ਵੜਿੰਗ ਫਿਰ ਉਹਨਾਂ ਦੇ ਹੱਕ 'ਚ ਜਾ ਕੇ ਖਲੋਣਗੇ? ਭੂਮਿਕਾ ਫਿਰ ਵੇਖੀ ਨਹੀਂ ਜਾਏਗੀ ਕਿ ਵਾਕਈ ਪਾਰਟੀ ਪ੍ਰਧਾਨ ਇਹੋ ਜਿਹੇ ਹੁੰਦੇ ਨੇ ਕਿ ਆਪਣੇ ਜਿਹੜੇ ਗਿਲੇ ਸ਼ਿਕਵੇ ਨੂੰ ਛੱਡ ਕੇ ਇੱਕ ਦੂਜੇ ਦੇ ਹੱਕ 'ਚ ਖਲੋਣ। ਇਦਾਂ ਦਾ ਮੈਨੂੰ ਤਾਂ ਕੋਈ ਹਰੀਸ਼ ਚੰਦਰ ਰਾਜਨੀਤੀ 'ਚ ਲਖਵਿੰਦਰ ਜੀ ਨਜ਼ਰ ਨਹੀਂ ਜੇ ਆਇਆ। ਇੱਥੇ ਤਾਂ ਆਪਣੇ ਹੀ ਆਪਣੇ ਨੂੰ ਮਾਰਦੇ ਵੇਖੇ ਨੇ ਜੀ। ਬਿਲਕੁਲ ਬਿਲਕੁਲ ਸਰ। ਸੋ ਇਸ ਮੀਟਿੰਗ ਤੋਂ ਬਾਅਦ ਆਪਾਂ ਇੱਕ ਹੋਰ ਮੀਟਿੰਗ ਦੀ ਗੱਲਬਾਤ ਕਰੀਏ ਜੋ ਦੋ ਦਿੱਗਜਾਂ ਦੇ ਵਿਚਕਾਰ ਹੋਈ ਸੀ। ਗੱਲ ਕਰ ਰਹੇ ਹਾਂ ਕੈਪਟਨ ਅਮਰਿੰਦਰ ਸਿੰਘ ਅਤੇ PM ਮੋਦੀ ਜੀ ਦੇ ਵਿਚਕਾਰ, ਜਿਸ ਤੋਂ ਬਾਅਦ ਪੰਜਾਬ ਦੇ ਰਾਜਨੀਤਿਕ ਗਲਿਆਰਿਆਂ ਦੇ ਵਿੱਚ ਨਵੀਂ ਚਰਚਾ ਛਿੜੀ ਹੈ। ਚਰਚਾ ਇਹ ਕਿ ਪੰਜਾਬ ਲੋਕ ਕਾਂਗਰਸ ਭਾਜਪਾ ਦੇ ਵਿੱਚ ਵਿਲੀਨ ਹੋਣ ਨੂੰ ਬਿਲਕੁਲ ਤਿਆਰ ਹੈ ਤੇ ਦੂਸਰੇ ਪਾਸੇ ਵੱਡੀ ਜ਼ਿੰਮੇਵਾਰੀ ਕੈਪਟਨ ਪਰਿਵਾਰ ਨੂੰ 2024 ਦੇ ਇਲੈਕਸ਼ਨਾਂ ਦੇ ਵਿੱਚ ਮਿਲਣ ਜਾ ਰਹੀ ਹੈ, ਕਿਉਂਕਿ ਅੱਜ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਉਹਨਾਂ ਦੇ ਬੇਟੇ ਕਾਕਾ ਰਣਿੰਦਰ ਸਿੰਘ ਵੀ ਇਸ ਮੁਲਾਕਾਤ ਦੇ ਵਿੱਚ ਪੁੱਜੇ ਹੋਏ ਸੀ। ਕਿਵੇਂ ਦੇਖ ਰਹੇ ਹੋ ਇਸ ਮੀਟਿੰਗ? ਦੇਖੋ, ਜਿਹੜੀ ਅੱਜ ਇਹ ਮੀਟਿੰਗ ਹੋਈ ਹੈ ਬੜੀ ਚਰਚਾ ਦੀ, ਕਾਫੀ ਚਰਚਿਤ ਮੀਟਿੰਗ ਸੀ ਕਿ ਜਿਸ ਤਰੀਕੇ ਨਾਲ ਅੱਜ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਬੇਟੇ ਰਣਿੰਦਰ ਸਿੰਘ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਇਹ ਤਾਂ ਮੁਲਾਕਾਤ ਬੜੇ ਪਹਿਲਾਂ ਹੋ ਜਾਣੀ ਚਾਹੀਦੀ ਸੀ, ਪਰ ਉਹ ਚੋਣਾਂ ਤੋਂ ਬਾਅਦ ਜਿਸ ਤਰੀਕੇ ਨਾਲ ਇਲਾਜ ਕਰਾਉਣ ਚਲੇ ਗਏ, ਇਲਾਜ ਕਰਾ ਕੇ ਵਾਪਸ ਆਏ, ਤਾਂ ਕੁਦਰਤੀ ਤੌਰ ਤੇ ਹੁਣ ਸਰਗਰਮ ਸਿਆਸਤ ਦਾ ਜਿਹੜਾ ਹਿੱਸਾ ਤਾਂ ਉਹਨਾਂ ਨੇ ਬਣਨਾ ਹੀ ਬਣਨਾ। ਤਾਂ ਪੂਰਨ ਤੁਸੀਂ ਠੀਕ ਕਹਿ ਰਹੇ ਜੀ ਕਿ ਪੰਜਾਬ ਲੋਕ ਕਾਂਗਰਸ ਪਾਰਟੀ ਦੀ ਵਿਲੀਨਤਾ ਜਿਹੜੀ ਆ ਭਾਰਤੀ ਜਨਤਾ ਪਾਰਟੀ 'ਚ ਕਿਸੇ ਸਮੇਂ ਵੀ ਹੋ ਸਕਦੀ ਹੈ। ਇਹਦੇ ਵਾਸਤੇ ਕੈਪਟਨ ਅਮਰਿੰਦਰ ਸਿੰਘ ਵੀ ਪੂਰਨ ਤੌਰ ਤੇ ਤਿਆਰ ਨੇ ਤੇ ਦੂਜੇ ਪਾਸੇ ਨਰਿੰਦਰ ਮੋਦੀ ਵੀ ਇਸ ਗੱਲ ਨੂੰ ਬੜੀ ਜਲਦੀ ਲੈਣ ਕਲਾਵੇ ਵਿੱਚ ਲੈਣ ਨੂੰ ਤਿਆਰ ਨੇ, ਕਿਉਂਕਿ ਦੋਵਾਂ ਦੀ ਆਪਸੀ ਦੋਸਤੀ ਜਿਹੜੀ ਜੱਗ ਜ਼ਾਹਰ ਆ ਕਿ ਕਿਸ ਤਰੀਕੇ ਦੇ ਨਾਲ ਬੀਤੇ ਦੌਰ 'ਚ ਉਹਨਾਂ ਨੇ ਇੱਕ ਦੂਜੇ ਦੇ ਪ੍ਰਤੀ ਆਪਣਾ ਪਿਆਰ ਜਿਹੜਾ ਦਿਖਾਇਆ। ਤੇ ਹੁਣ ਇਸ ਸੰਬੰਧ ਵਿੱਚ ਅਸੀਂ ਗੱਲ ਕਰੀਏ ਕੈਪਟਨ ਅਮਰਿੰਦਰ ਸਿੰਘ ਹੋਣਾ ਦੀ। ਕੈਪਟਨ ਅਮਰਿੰਦਰ ਸਿੰਘ ਹੋਣੀ ਜਿਸ ਤਰੀਕੇ ਦੇ ਨਾਲ ਜਦੋਂ ਕਾਂਗਰਸ ਦੇ ਮੁੱਖ ਮੰਤਰੀ ਸਨ ਪੰਜਾਬ ਦੇ ਵਿੱਚ, ਤਾਂ ਉਦੋਂ ਵੀ ਉਹਨਾਂ ਦੀ ਜਿਹੜੀ ਸੁਰ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰਤੀ ਹਮੇਸ਼ਾ ਨਰਮ ਰਹੀ। ਤੇ ਦੂਜੇ ਪਾਸੇ ਕੈਪਟਨ ਜਿਹੜੇ ਸੀ ਮੋਦੀ ਸਾਹਿਬ, ਉਹਨਾਂ ਦੀ ਸੁਰ ਨਰਮ ਰਹੀ ਤੇ ਕੈਪਟਨ ਅਮਰਿੰਦਰ ਨੇ ਵੀ ਹਮੇਸ਼ਾ ਪ੍ਰਧਾਨ ਮੰਤਰੀ ਦਾ ਪੂਰਨ ਮਾਨ ਸਤਿਕਾਰ ਜਿਹੜਾ ਆਪਣੇ ਉਸ ਕਾਰਜਕਾਲ ਦੇ ਵਿੱਚ ਕੀਤਾ। ਤਾਂ ਉਹਨਾਂ ਦੀ ਦੋਸਤੀ ਦਾ ਪੂਰਨ ਤੌਰ ਤੇ ਜੱਗ ਜ਼ਾਹਿਰ ਹੈ। ਤੇ ਇਹ ਵੀ ਤੁਸੀਂ ਵੇਖੋ ਕਿ ਜਿੰਨੇ ਵੀ ਖਾਸਮ ਖਾਸ ਕੈਪਟਨ ਅਮਰਿੰਦਰ ਸਿੰਘ ਦੇ ਸਾਥੀ ਸਾਬਕਾ ਵਿਧਾਇਕ ਸਨ, ਉਹ ਸਾਰੇ ਇਸ ਵੇਲੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਜਿਹੜੇ ਹੋ ਚੁੱਕੇ ਨੇ। ਤਾਂ ਪੰਜਾਬ ਲੋਕ ਕਾਂਗਰਸ ਪਾਰਟੀ ਸਿਰਫ ਇਸ ਕਰਕੇ ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਣਾਈ ਗਈ ਸੀ ਕਿ ਉਹਨਾਂ ਉੱਤੇ ਇਹ ਇਲਜ਼ਾਮ ਨਾ ਕਿਤੇ ਲੱਗ ਜੇ ਕਿ ਇਹ ਭਾਜਪਾ ਦੇ ਵਿੱਚ ਪਹਿਲਾਂ ਹੀ ਸਵਾਰ ਹੋਣਾ ਚਾਹੁੰਦੇ ਨੇ। ਹਾਲਾਂਕਿ ਇਹ ਜੱਗ ਜ਼ਾਹਰ ਗੱਲ ਸੀ ਕਿ ਉਹਨਾਂ ਨੇ ਹੋਣਾ ਹੀ ਹੋਣਾ। ਹੁਣ ਤੁਸੀਂ ਦੇਖੋ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੇ ਕਿਸੇ ਵੀ ਭਾਜਪਾ ਲੀਡਰ ਨੂੰ ਮਿਲਣ ਦਾ ਟਾਈਮ ਨਹੀਂ ਦਿੰਦੇ, ਕਦੇ ਟਾਈਮ ਨਹੀਂ ਮਿਲਿਆ। ਤੁਸੀਂ ਵੇਖ ਲਓ ਬੜੇ ਬੜੇ ਭਾਰਤੀ ਜਨਤਾ ਪਾਰਟੀ ਅਸ਼ਵਨੀ ਸ਼ਰਮਾ ਜਾਂ ਹੋਰ ਉਹ ਵਿਚਾਰੇ ਹਰਜੀਤ ਗਰੇਵਾਲ ਬੋਲਦਾ ਦਾ ਸੰਘ ਸੋਕਿਆ, ਪਰ ਅੱਜ ਤੱਕ ਮੇਰਾ ਨਹੀਂ ਖਿਆਲ ਕਦੇ ਪ੍ਰਧਾਨ ਮੰਤਰੀ ਨਾਲ ਏਦਾਂ ਦੀ ਫੋਟੋ ਆਈ ਹੋਵੇ। ਤੇ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਜਾਂਦੇ ਆ, ਫੁੱਲਾਂ ਦਾ ਗੁਲਦਸਤਾ ਨਾਲ ਆਪਣੇ ਬੇਟੇ ਨੂੰ ਲੈ ਕੇ ਜਾਂਦੇ ਆ, ਫੋਟੋਆਂ ਜਿਹੜੀਆਂ ਵਾਇਰਲ ਹੋ ਜਾਂਦੀਆਂ। ਤੁਸੀਂ ਇਹ ਦੇਖੋ ਕਿ ਭਾਰਤੀ ਜਨਤਾ ਪਾਰਟੀ ਫਿਰ ਕੈਪਟਨ ਅਮਰਿੰਦਰ ਸਿੰਘ ਨੂੰ ਕਿੰਨਾ ਵੇਟੇਜ ਦੇ ਰਹੀ ਹੈ। 2 ਵਾਰ ਦਾ ਮੁੱਖ ਮੰਤਰੀ, ਕਈ ਉਹਨਾਂ ਦਾ ਵਿਰਾਸਤ ਜਿਹੜੀ ਬੜੀ ਅਮੀਰ ਆ। ਤਾਂ ਕੁਦਰਤੀ ਤੌਰ ਤੇ ਜਿਸ ਤਰੀਕੇ ਨਾਲ ਜਥੇਬੰਦਕ ਸੰਗਠਨ ਜਿਹੜਾ ਉਹ ਸਾਰਿਆ ਜਾਣਾ, ਤਾਂ ਸਮਝਿਆ ਜਾ ਸਕਦਾ ਕਿ ਕੈਪਟਨ ਅਮਰਿੰਦਰ ਸਿੰਘ ਉਹ ਸੰਗਠਨਾਤਮਕ ਢਾਂਚੇ ਤੋਂ ਪਹਿਲਾਂ ਆਪਣੀ ਪਾਰਟੀ ਦੀ ਵਿਲੀਨਤਾ ਦਾ ਕੇਵਲ ਉਹਨਾਂ ਨੇ ਐਲਾਨ ਹੀ ਕਰਦਾ। ਪਾਰਟੀ ਹੈ ਕਿਤੇ, ਵੈਸੇ ਇਹ ਪਾਰਟੀ ਤਾਂ ਕਾਗਜ਼ਾਂ 'ਚ ਪਾਰਟੀ ਹੈਗੀ ਆ, ਪੰਜਾਬ ਲੋਕ ਕਾਂਗਰਸ ਪਾਰਟੀ ਕਾਗਜ਼ਾਂ 'ਚ ਜ਼ਰੂਰ ਹੈਗੀ ਆ, ਨਿਸ਼ਾਨ ਵੀ ਉਹਦਾ ਹੈ, ਪਰ ਪਾਰਟੀ ਦਾ ਕਿਤੇ ਬੰਦਾ ਤਾਂ ਕੋਈ ਦਿਖਾਈ ਨਹੀਂ ਦਿੰਦਾ। ਤੇ ਇਹੋ ਕਹਿਣਾ ਜੀ ਹਾਂਜੀ ਮੈਂ ਪਾਰਟੀ ਵਿਲੀਨ ਕਰਤੀ ਜੀ, ਮੈਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਮਿਕਸ ਹੋ ਗਿਆ। ਇਹ ਉਸੇ ਤਰੀਕੇ ਦੇ ਨਾਲ ਹੀ ਜਿਵੇਂ ਇੱਕ ਵਾਰੀ ਸ਼੍ਰੋਮਣੀ ਅਕਾਲੀ ਦਲ ਇਹਨਾਂ ਦਾ ਕਾਬਲ ਬਣਾਇਆ ਸੀ, ਬਾਅਦ 'ਚ ਇਹਨਾਂ ਨੇ ਕਾਂਗਰਸ ਵਿੱਚ ਵਾਰਤਾ 1997 ਦੀ ਗੱਲ ਕਰਨ। ਕੈਪਟਨ ਅਮਰਿੰਦਰ ਸਿੰਘ ਨੂੰ ਜਾਂਚ ਆ ਕਿ ਆਪਣੀ ਪਾਰਟੀਆਂ ਜਿਹੜੀਆਂ ਹੁੰਦੀਆਂ ਉਹ ਕਾਗਜ਼ਾਂ ਦੇ ਵਿੱਚ ਹੀ, ਹਵਾਈ ਘੋੜੇ ਦੇ ਜਦੋਂ ਕਾਗਜ਼ ਦਾ ਜਹਾਜ਼ ਬਣਾਇਆ ਡਾਤਾ ਚੱਲ ਉਸ ਪਾਰਟੀ 'ਚ ਚਲੇ ਗਏ। ਸੋ ਉਹੋ ਜਿਹਾ ਹੀ ਜਿਹੜਾ ਪ੍ਰਦਰਸ਼ਨ ਆ ਉਹਨਾਂ ਨੇ ਹੁਣ ਕਰਨਾ, ਤਾਂ ਉਹਦੇ ਵੇਟੇਜ ਜਿਹੜਾ ਆ ਉਹ ਜ਼ਰੂਰ ਦਿੱਤਾ ਜਾਊਗਾ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ। ਹੁਣ ਇਹ ਵੇਖਣਾ ਕਿ ਕੈਪਟਨ ਅਮਰਿੰਦਰ ਸਿੰਘ ਉਸ ਦਾ ਵੇਟੇਜ ਪ੍ਰਾਪਤ ਕੀ ਕਰ ਲੈਂਦੇ ਆ, ਕੀ ਸਰਗਰਮ ਸਿਆਸਤ ਦਾ ਹਿੱਸਾ ਬਣੇ ਰਹਿੰਦੇ ਆ। ਸਰਗਰਮ ਸਿਆਸਤ ਭਾਵ ਕੀ ਉਹ ਪੰਜਾਬ ਭਾਜਪਾ ਦੇ ਪ੍ਰਧਾਨ ਬਣ ਸਕਦੇ ਆ, ਰਾਜ ਸਭਾ ਮੈਂਬਰ ਜਿਹੜੇ ਬਣ ਸਕਦੇ, ਜਾਂ ਅਜਿਹੀਆਂ ਚੀਜ਼ਾਂ ਬਹੁਤ ਕੁਝ ਉਹਨਾਂ ਨੂੰ ਦਿੱਤੀਆਂ ਜਾ ਸਕਦੀਆਂ ਨੇ, ਕਿਉਂਕਿ ਉਹਨਾਂ ਦਾ ਕੱਦ ਫਿਰ ਵੀ ਰਾਜਨੀਤਿਕ ਪੱਧਰ ਤੇ ਕਾਫੀ ਜਿਹੜਾ ਉੱਚਾ ਹੈਗਾ। ਤਾਂ ਉਹਨਾਂ ਸਾਰੀਆਂ ਸਥਿਤੀਆਂ ਦੇ ਵਿੱਚ ਤੇ ਜੇਕਰ ਉਹ ਜ਼ਿੰਮੇਵਾਰੀ ਰਾਜਨੀਤਿਕ ਸਰਗਰਮ ਸਿਆਸਤ ਦਾ ਹਿੱਸਾ ਨਹੀਂ ਬਣਦੇ, ਤਾਂ ਇਹ ਵੀ ਹੋ ਸਕਦਾ ਕਿ ਕਿਸੇ ਦੇਸ਼ ਦਾ ਉਹਨਾਂ ਨੂੰ ਰਾਜਦੂਤ, ਅੰਬੈਸਡਰ ਜਾਂ ਆਪਣੇ ਰਾਜਦੂਤ ਬਣਾ ਕੇ ਬਾਹਰ ਵੀ ਭੇਜਿਆ ਜਾ ਸਕਦਾ। ਤੇ ਦੂਜੇ ਪਾਸੇ ਹਿੰਦੁਸਤਾਨ ਦੀਆਂ ਕਈ ਸਟੇਟਸ ਨੇ, ਭਾਰਤ ਦੇ ਕਈ ਰਾਜ ਨੇ ਜਿੱਥੇ ਉੱਥੇ ਉਹਨੂੰ ਗਵਰਨਰ ਵੀ ਲਾਇਆ ਜਾ ਸਕਦਾ, ਕਿਉਂਕਿ ਉਹਨਾਂ ਦਾ ਕੱਦ ਜਿਹੜਾ ਇਸ ਪੱਧਰ ਤੇ ਆ। ਤੇ ਹੁਣ ਕੈਪਟਨ ਅਮਰਿੰਦਰ ਸਿੰਘ ਨੇ ਵੀ ਆਪਣੀ ਉਮਰ ਦੇ ਇਸ ਆਖਰੀ ਦੌਰ 'ਚ ਜ਼ਿਆਦਾ ਭੱਜ ਦੌੜ ਤੇ ਉਹਨਾਂ ਕੋਲ ਹੋਣੀ ਨਹੀਂ, ਤਾਂ ਉਹ ਚਾਹੁਣਗੇ
ਕਿ ਠੀਕ ਆ ਉਹਨਾਂ ਦਾ ਇੱਕ ਮਾਨ ਸਤਿਕਾਰ ਉਹਨਾਂ ਦਾ ਬਣਿਆ ਰਹੇ ਤੇ ਭਾਰਤੀ ਜਨਤਾ ਪਾਰਟੀ ਉਹਨਾਂ ਨੂੰ ਇਹੋ ਜਿਹਾ ਇੱਕ ਟੈਬੂ ਦੇ ਦੇ ਜਾਂ ਇੱਕ ਟੈਗ ਲਾ ਦੇ ਜਿਹਦੇ ਨਾਲ ਜਿਹੜੇ 5-7 ਸਾਲ ਜਾਂ 10 ਸਾਲ ਜਿਹੜੇ ਜੀਵਨ ਦੇ ਹਨ, ਪਰਮਾਤਮਾ ਉਹਨਾਂ ਦੀ ਲੰਮੀ ਲੰਮੀ ਉਮਰ ਬਖਸ਼ੇ, ਇਹ ਗੱਲ ਮੈਂ ਨਾਲ ਕਹਦਾ, ਪਰ ਜੀਵਨ ਦੇ ਲੰਮੇ ਜਿਹੜੇ ਅਖੀਰਲਾ ਸਮਾਂ ਆ ਉਹ ਵੀ ਉਹਨਾਂ ਦੀ ਸ਼ਾਨ ਸ਼ੌਕਤ ਨਾਲ ਬੀਤੇ, ਕਿਉਂਕਿ ਰਾਜਨੀਤੀ ਦੇ ਵਿੱਚ ਰਿਟਾਇਰ ਕੋਈ ਨਹੀਂ ਹੁੰਦਾ। ਹਾਲਾਂਕਿ ਉਹਨਾਂ ਨੇ ਇਹ ਗੱਲ ਕਹੀ ਆ ਕਿ ਮੇਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਜਿਹੜੀ ਮੁਲਾਕਾਤ ਆ ਪੰਜਾਬ ਦੇ ਮਸਲਿਆਂ ਦੇ ਪ੍ਰਤੀ ਹੋਈ ਆ। ਹੁਣ ਬੰਦਾ ਪੁੱਛੇ ਕਿ ਕੈਪਟਨ ਸਾਹਿਬ ਤੁਸੀਂ ਪੰਜਾਬ ਦੇ ਮਸਲੇ ਕਿਹੜੇ ਤੁਸੀਂ ਪੇਸ਼ ਕੀਤੇ? 4.5 ਸਾਲ ਦੌਰਾਨ ਤੁਸੀਂ ਕੋਈ ਮਸਲਾ ਪੇਸ਼ ਕੀਤਾ ਨਹੀਂ। ਉਸ ਤੋਂ ਬਾਅਦ ਪੰਜਾਬ ਲੋਕ ਕਾਂਗਰਸ ਪਾਰਟੀ ਜਿਹੜੀ ਹਵਾ ਦੇ ਵਿੱਚ ਹੀ ਖੜੀ ਆ, ਕਾਗਜ਼ਾਂ ਦੇ ਵਿੱਚ ਖੜੀ ਆ, ਇੱਕ ਵੀ ਉਮੀਦਵਾਰ, ਇੱਕ ਵੀ ਤੁਹਾਡਾ ਕਾਉਂਸਲਰ ਕਿਤੇ ਕੋਈ ਜਿੱਤਿਆ ਉਹ ਦੱਸ ਦਿਓ, ਇੱਕ ਵੀ ਬੰਦਾ। ਤੇ ਫਿਰ ਤੁਸੀਂ ਕਿਸ ਆਧਾਰ ਤੇ ਜਾ ਕੇ ਪੰਜਾਬ ਦੇ ਮਸਲਿਆਂ ਦੀ ਗੱਲ ਜਿਹੜੀ ਆ ਉਹ ਕਰ ਰਹੇ ਜੇ? ਇਹਨਾਂ ਤੋਂ ਫਿਰ ਨੀਟੂ ਸ਼ਟਰ ਵਾਲਾ ਵੀ ਜਾ ਸਕਦਾ ਕਿ ਮੈਂ ਵੀ ਪੰਜਾਬ ਦੇ ਮਸਲਿਆਂ ਦਾ ਪ੍ਰਧਾਨ ਮੰਤਰੀ ਦੀ ਗੱਲ ਕਰਨੀ ਆ, ਤਾਂ ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੀਟੂ ਸ਼ਟਰ ਵਾਲੇ ਨੂੰ ਟਾਈਮ ਦੇਣਗੇ? ਮਤਲਬ ਮੇਰੇ ਨਜ਼ਰ 'ਚ ਤੇ ਇਸ ਵੇਲੇ ਜਿਹੜੀ ਸਥਿਤੀ ਹੈ ਕੈਪਟਨ ਅਮਰਿੰਦਰ ਸਿੰਘ ਦੀ, ਠੀਕ ਆ ਜੇ ਤੇ ਉਹ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਵਜੋਂ ਉੱਥੇ ਗਏ ਨਹੀਂ, ਕਾਂਗਰਸ ਦੇ ਬੜੇ ਨੇਤਾ, ਸਾਬਕਾ ਨੇਤਾ, ਤੇ ਹੁਣ ਉਹ ਨਵੀਂ ਪਾਰਟੀ, ਤਾਂ ਇਸ ਆਧਾਰ ਤੇ ਜੇਕਰ ਉਹਨਾਂ ਨੂੰ ਮਾਨ ਸਤਿਕਾਰ ਦਿੱਤਾ ਜਾਂਦਾ ਬਤੌਰ 2 ਵਾਰ ਦਾ ਸਾਬਕਾ ਮੁੱਖ ਮੰਤਰੀ, ਫੇਰ ਤਾਂ ਗੱਲ ਬਣਦੀ ਆ। ਤੇ ਜੇ ਭਾਜਪਾ ਇਸ ਗੱਲ ਤੇ ਮਾਨ ਦੇਵੇ ਜੀ ਹਾਂਜੀ ਇਹ ਪੰਜਾਬ ਲੋਕ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ, ਤਾਂ ਮਿਲਣਾ ਇਹਦਾ ਫਿਰ ਮੈਨੂੰ ਲੱਗਦਾ ਕਿ ਭਾਜਪਾ ਦੇ ਵੀ ਦਿਨ ਮਾੜੇ ਨੇ ਜੇਕਰ ਇਹੋ ਜਿਹੀ ਪਾਰਟੀ ਦੇ ਬੰਦੇ ਨੂੰ ਮਿਲਾਉਣ। ਪਰ ਨਹੀਂ, ਖੈਰ ਗੱਲ ਹਾਸੇ ਮਜ਼ਾਕ 'ਚ ਮੈਂ ਕਰ ਰਿਹਾ। ਗੱਲ ਇਹ ਆ ਕੈਪਟਨ ਅਮਰਿੰਦਰ ਸਿੰਘ ਦਾ ਜਿਹੜਾ ਸਿਆਸੀ ਕੱਦ ਆ ਉਹ ਕਾਫੀ ਉੱਚਾ, ਕਿਉਂਕਿ ਪੰਜਾਬ ਕਾਂਗਰਸ ਦੇ ਵਿੱਚ ਜਿਹੜੀ ਪੰਜਾਬ ਦੇ ਵਿੱਚ ਜਦੋਂ ਕਾਂਗਰਸ ਦੇ ਪ੍ਰਧਾਨ ਸੀ ਜਾਂ ਮੁੱਖ ਮੰਤਰੀ ਰਹੇ, ਕਾਫੀ ਕੁਝ ਉਹਨਾਂ ਦਾ ਰਿਹਾ, ਪਰ ਮੌਜੂਦਾ ਸਮੇਂ 'ਚ ਉਹਨਾਂ ਦਾ ਕੱਦ ਕਿਸ ਤਰੀਕੇ ਨਾਲ ਘਟਿਆ ਆਪਣੇ ਸਿਆਸੀ ਸ਼ਹਿਰ ਵਿੱਚ ਲੋਕਾਂ ਨੇ ਉਹ ਵੀ ਵਿਖਾ ਦਿੱਤਾ। ਖੈਰ ਭਾਰਤੀ ਜਨਤਾ ਪਾਰਟੀ ਨੂੰ ਇਸ ਵੇਲੇ ਇਹੋ ਜਿਹੇ ਸਿੱਖ ਚਿਹਰਿਆਂ ਦੀ ਲੋੜ ਆ, ਤਾਂ ਉਹਨਾਂ ਤੋਂ ਕੈਪਟਨ ਅਮਰਿੰਦਰ ਸਿੰਘ ਵਰਗਾ ਹੋਰ ਸਿਆਸੀ ਚਿਹਰਾ ਹੋਰ ਕਿਹੜਾ ਹੋ ਸਕਦਾ? ਬਾਕੀ ਪਤਾ ਤਾਂ 2024 ਦੀਆਂ ਚੋਣਾਂ 'ਚ ਲੱਗਣਾ ਕਿ ਲੋਕਾਂ ਨੇ ਇਹ ਕੈਪਟਨ ਅਮਰਿੰਦਰ ਸਿੰਘ ਦੇ ਉਸ ਚਿਹਰੇ ਨੂੰ ਮਾਨਤਾ ਦੇਣੀ ਆ ਜਾਂ ਨਹੀਂ ਦੇਣੀ, ਕਿਉਂਕਿ ਜਦੋਂ ਉਹ ਭਾਜਪਾ ਦਾ ਹਿੱਸਾ ਬਣ ਗਏ ਤਾਂ ਭਾਜਪਾ ਦੇ ਵਿੱਚ ਵੀ ਪੰਜਾਬ ਦੇ ਵਿੱਚ ਕਿਸ ਤਰੀਕੇ ਦੀ ਨਫ਼ਰਤ ਭਾਜਪਾ ਦੇ ਪ੍ਰਤੀ ਲੋਕਾਂ ਦੇ, ਪੰਜਾਬ ਦੇ ਲੋਕਾਂ 'ਚ ਪਾਈ ਜਾਂਦੀ ਆ, ਇਹ ਸਾਰੇ ਲੋਕ ਜਾਣਦੇ ਨੇ। ਸੋ ਇਹ ਆਖਰੀ ਦਾ ਹੈਗਾ ਜਿੱਥੇ ਕੈਪਟਨ ਨੂੰ ਭਾਰਤੀ ਜਨਤਾ ਪਾਰਟੀ ਦੀ ਲੋੜ ਆ ਤੇ ਭਾਰਤੀ ਜਨਤਾ ਪਾਰਟੀ ਨੂੰ ਕੈਪਟਨ ਦੀ ਲੋੜ ਹੈ, ਕਿਉਂਕਿ ਇੱਕ ਸਿੱਖ ਚਿਹਰਾ ਚਾਹੀਦਾ ਤੇ ਕੈਪਟਨ ਅਮਰਿੰਦਰ ਸਿੰਘ ਤੋਂ ਵੱਡਾ ਸਿੱਖ ਚਿਹਰਾ ਹੋਰ ਹੋ ਨਹੀਂ ਸਕਦਾ ਮੌਜੂਦਾ ਸਮੇਂ ਦੇ ਵਿੱਚ, ਕਿਉਂਕਿ ਹੋਰ ਚਿਹਰੇ ਤਾਂ ਹੋ ਨਹੀਂ ਸਕਦੇ, ਜਾ ਨਹੀਂ ਸਕਦੇ। ਸੋ ਇਹ ਚਿਹਰਾ ਹੈਗਾ। ਬਾਕੀ ਉੱਥੇ ਜਾ ਕੇ ਕੀ ਗੁੱਲ ਖਲੋਂਦੇ ਆ, ਉੱਥੇ ਹੋਰ ਭਾਰਤੀ ਜਨਤਾ ਪਾਰਟੀ ਨੂੰ ਕਿਤੇ ਖੜਦੇ ਆ ਜਾਂ ਥੱਲੇ ਲਾਉਂਦੇ, ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਜਿਸ ਤਰ੍ਹਾਂ ਕਹਿੰਦੇ ਆ ਕਿ ਮੱਝ ਵੀ ਭੁੱਖੀ ਤੂੜੀ ਵੀ ਗਿੱਲੀ, ਕਈ ਵਾਰੀ ਦੋਵਾਂ ਦਾ ਸਰ ਜਾਂਦਾ। ਜੇਕਰ ਇਹੋ ਜਿਹਾ ਕੰਮ ਹੁੰਦਾ ਤਾਂ ਸਥਿਤੀ ਇਹ ਹੋਏਗੀ। ਜੀ ਬਿਲਕੁਲ ਜੀ, ਬਿਲਕੁਲ। ਸੋ ਆਉਣ ਵਾਲੇ ਸਮੇਂ 'ਚ ਹਾਲਾਤ ਕਿਸ ਤਰ੍ਹਾਂ ਦੇ ਬਣਨਗੇ ਇਹ ਤਾਂ ਹੁਣ ਭਵਿੱਖ ਹੀ ਦੱਸੇ ਕਿ 2024 ਦੇ ਵਿੱਚ ਵੀ ਕੈਪਟਨ ਅਮਰਿੰਦਰ ਸਿੰਘ ਦਾ ਪੂਰਾ ਭਵਿੱਖ, ਹੁਣ ਅਗਲੇਰਾ ਭਵਿੱਖ ਜਿਵੇਂ ਤੁਸੀਂ ਦੱਸ ਰਹੇ ਹੋ ਉਹ ਵੀ ਤੈਅ ਹੋ ਜਾਏਗਾ। ਤੇ ਨਾਲ ਹੀ ਗੱਲ ਕਰੀਏ ਹੁਣ ਆਮ ਆਦਮੀ ਪਾਰਟੀ ਦੇ ਇੱਕ ਵਿਧਾਇਕ ਦੀ, ਜਿਨ੍ਹਾਂ ਦੇ ਉੱਪਰ ਜੇਕਰ ਗੱਲ ਕਰੀਏ ਸਿੰਗਲਾ ਤੇ ਸੰਦੂਹਾ ਤੋਂ ਬਾਅਦ ਕਾਨੂੰਨੀ ਸ਼ਿਕੰਜਾ ਕੱਸਦਾ ਹੋਇਆ ਨਜ਼ਰ ਆ ਰਿਹਾ ਹੈ। ਕਿਸ ਮਾਮਲੇ ਦੇ ਵਿੱਚ ਇਹ ਸ਼ਿਕੰਜਾ ਕੱਸਿਆ ਤੇ ਕਿਸ ਤਰੀਕੇ ਦੇ ਹਾਲਾਤ ਬਣਦੇ ਹੋਏ ਜਾ ਰਹੇ ਨੇ ਆਮ ਆਦਮੀ ਪਾਰਟੀ ਦੇ ਉਸ ਵਿਧਾਇਕ ਦੇ ਲਈ? ਦੇਖੋ ਜੀ, ਪਠਾਨ ਮਾਜਰਾ ਸਾਹਿਬ ਜਿਹੜੇ ਵਿਧਾਇਕ ਜਿਹੜਾ ਦਾ ਆਪਣੀ ਪਤਨੀ ਨਾਲ ਝਗੜਾ ਚੱਲਦਾ ਪਿਆ, ਉਹਨਾਂ ਦੀ ਵਾਈਫ ਦੂਜੀ ਪਤਨੀ, ਉਹਨੇ ਆਪਣੀ ਕਹਿੰਦੇ ਕਿ ਦਰਖਾਸਤ ਜਿਹੜੀ ਸੀ ਉਹ ਦਿੱਤੀ ਸੀ ਮੋਹਾਲੀ ਦੇ ਐਸਐਸਪੀ ਨੂੰ ਦਰਜ ਕਰਨ ਵਾਸਤੇ, ਸ਼ਿਕਾਇਤ ਦਰਜ ਕਰਨ ਵਾਸਤੇ। ਪਰ ਪੁਲਿਸ ਜਿਹੜੀ ਆ, ਪੁਲਿਸ ਵਿੱਚ ਸਮਝੌਤਾ ਕਰਾਉਣ ਲੱਗ ਪਈ ਕਿ ਠੀਕ ਆ ਜੀ ਇਹਨਾਂ ਦਾ ਸਮਝੌਤਾ ਕਰਵਾਤਾ ਜਾਵੇ, ਜਾਂ ਵਿਧਾਇਕ ਦਾ ਫਿਰ ਵੀ ਮੌਜੂਦਾ ਸਿਟਿੰਗ ਪਾਰਟੀ ਦਾ ਸਿਟਿੰਗ ਵਿਧਾਇਕ ਹੋਵੇ ਪਾਰਟੀ ਦਾ, ਤਾਂ ਕੁਦਰਤੀ ਤੌਰ ਤੇ ਪੁਲਿਸ ਕਿਸ ਤਰੀਕੇ ਨਾਲ ਕਰ ਸਕਦੀ ਆ। ਪਰ ਉਹ ਬੀਬੀ ਜੀ ਜਿਹੜੇ ਨੇ ਪਠਾਨ ਮਾਜਰਾ ਦੇ ਜਿਹੜੇ ਦੂਜੇ ਪਤਨੀ ਨੇ, ਉਹ ਇਸ ਮਸਲੇ ਨੂੰ ਛੱਡਣ ਨੂੰ ਤਿਆਰ ਨਹੀਂ। ਹਾਲਾਂਕਿ ਉਹ ਪਠਾਨ ਮਾਜਰਾ ਇਹ ਕਹਿੰਦੇ ਨੇ ਕਿ ਇਹਦੇ ਪਿੱਛੇ ਰਾਜਨੀਤਿਕ ਸਾਜ਼ਿਸ਼ ਹੈ। ਉਹ ਬੀਬੀ ਕਹਿੰਦੀ ਹੈ ਕਿ ਮੇਰੇ ਨਾਲ ਧੋਖਾ ਹੋਇਆ ਜਾਂ ਮੇਰੇ ਹੱਕਾਂ ਦੀ ਪੂਰਤੀ ਨਹੀਂ ਹੋਈ। ਤਾਂ ਉਹਨੇ ਫਿਰ ਜਦੋਂ ਸੁਣਵਾਈ ਨਹੀਂ ਹੋਈ ਤਾਂ ਉਹਨੇ ਮਾਨਯੋਗ ਹਾਈ ਕੋਰਟ 'ਚ ਜਿਹੜੀ ਦਰਖਾਸਤ ਸੀ ਉਹ ਦਿੱਤੀ। ਤਾਂ ਫਿਰ ਹਾਈ ਕੋਰਟ ਨੇ ਉਸ ਦਰਖਾਸਤ ਤੇ ਐਕਸ਼ਨ ਜਿਹੜਾ ਲੈਂਦਿਆਂ ਹੋਇਆ ਮੋਹਾਲੀ ਦੇ ਐਸਐਸਪੀ, ਡੀਜੀਪੀ ਔਰ ਜਿਹੜੇ ਪਠਾਨ ਮਾਜਰਾ, ਉਹਨਾਂ ਨੂੰ ਜਿਹੜਾ ਆ ਉਹ ਨੋਟਿਸ ਜਿਹੜਾ ਉਹ ਸ਼ੋ ਕੀਤਾ ਕਿ ਤੁਸੀਂ ਆਪਣਾ ਪੱਖ ਜਿਹੜਾ ਪੇਸ਼ ਕਰੋ। ਤੇ ਇਹ ਵੀ ਹੋ ਸਕਦਾ ਕਿ ਅਗਲੇ ਦਿਨਾਂ 'ਚ ਜਿਹੜੀ ਹਾਈ ਕੋਰਟ ਆ ਕਿਸੇ ਦੇ ਸੰਬੰਧੀ ਪਰਚਾ ਦਰਜ ਕਰਨ ਦੇ ਨਿਰਦੇਸ਼ ਵੀ ਜਿਹੜੇ ਉਹ ਜਾਰੀ ਕਰ ਸਕਦੀ ਆ। ਬਾਕੀ ਇਹ ਗੱਲ ਪੱਕੀ ਆ ਕਿ ਪਠਾਨ ਮਾਜਰਾ ਵਾਸਤੇ ਜਿਹੜੇ ਆਉਂਦੇ ਦਿਨ ਨੇ ਉਹ ਕਾਫੀ ਅਸੀਂ ਕਹਿ ਸਕਦੇ ਕਿ ਮੁਸ਼ਕਲਾਂ ਭਰੇ ਹੋ ਸਕਦੇ ਆ, ਕਿਉਂਕਿ ਉਹਨਾਂ ਦੀ ਵਾਈਫ ਜਿਹੜੀ ਆ, ਪਤਨੀ ਬੀਬੀ ਦੂਜੀ, ਉਹ ਕਿਸੇ ਵੀ ਸੂਰਤ 'ਚ ਉਹਨਾਂ ਨਾਲ ਸਮਝੌਤਾ ਕਰਨ ਦੇ ਮੂਡ 'ਚ ਨਜ਼ਰ ਨਹੀਂ ਆ ਰਹੀ। ਬੜੇ ਤਰੀਕੇ ਦੇ ਗਰੀਬ ਗੰਭੀਰ ਇਲਜ਼ਾਮ ਨੇ ਇੱਕ ਦੂਜੇ ਦੇ। ਬਾਕੀ ਲਖਵਿੰਦਰ ਜੀ, ਇਹ ਅਗਲੇ ਦਾ ਨਿੱਜੀ ਮਸਲਾ, ਇਹ ਗੱਲ ਇੱਥੇ ਤੱਕ ਹੀ ਆਪਾਂ ਰਹਿਣ ਦੀ ਤਾਂ
ਚੰਗੀ ਰਹੇਗੀ ਜੀ। ਹਾਂ ਬਿਲਕੁਲ ਜੀ ਬਿਲਕੁਲ, ਪਰ ਕੁਝ ਵੀ ਆ ਹੁਣ ਜਦੋਂ ਮਸਲਾ ਹਾਈ ਕੋਰਟ ਦੇ ਵਿੱਚ ਆਉਂਦਾ ਤਾਂ ਸ਼ਾਇਦ ਉਹ ਨਿੱਜੀ ਨਹੀਂ ਰਹਿ ਜਾਂਦਾ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਪਠਾਨ ਮਾਜਰਾ, ਜਿਵੇਂ ਤੁਸੀਂ ਕਿਹਾ, ਹਰਮੀਤ ਸਿੰਘ ਪਠਾਨ ਮਾਜਰਾ ਦੀਆਂ ਮੁਸ਼ਕਲਾਂ ਦੇ ਵਿੱਚ ਵਾਧਾ ਜ਼ਰੂਰ ਹੋਏਗਾ, ਕਿਉਂਕਿ ਨੋਟਿਸ ਹਾਈ ਕੋਰਟ ਦੇ ਵੱਲੋਂ ਦਿੱਤੇ ਗਏ ਨੇ ਸਿਕਿਉਰਿਟੀ ਗਾਰਡ ਨੂੰ ਵੀ, ਪੁਲਿਸ ਅਫਸਰਾਂ ਨੂੰ ਵੀ, ਤੇ ਨਾਲ ਹੀ ਨਾਲ ਉਹਨਾਂ ਦੇ ਭਾਣਜੇ ਦੀ ਵੀ ਇਨਵੋਲਵਮੈਂਟ ਇਸ ਮਾਮਲੇ 'ਚ ਪਾਈ ਵੀ, ਉਹਨਾਂ ਨੂੰ ਵੀ ਨੋਟਿਸ ਕੀਤਾ ਗਿਆ। ਸੋ ਹਾਲਾਤ ਹੁਣ ਆਉਣ ਵਾਲੇ ਦਿਨਾਂ ਵਿੱਚ ਸੁਖਾਵੇਂ ਨਹੀਂ ਹੋ ਸਕਦੇ ਪਠਾਨ ਮਾਜਰਾ ਦੇ, ਇਹ ਗੱਲ ਕਲੀਅਰ ਹੈ ਜੀ। ਸੋਹਣਕੀ ਸਾਹਿਬ, ਤੁਸੀਂ ਗੱਲਬਾਤ ਕਰਨੀ ਸਾਡੇ ਨਾਲ ਜੁੜੇ, ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਲਖਵਿੰਦਰ ਜੀ। ਸੋ ਇਹ ਸਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਜੀ, ਜਿਨ੍ਹਾਂ ਵੱਲੋਂ ਅੱਜ ਦੀ ਇਸ ਵਿਚਾਰ ਚਰਚਾ ਵਿੱਚ ਖੂਬਸੂਰਤ ਤਰੀਕੇ ਦੇ ਨਾਲ ਆਪਣੇ ਵਿਚਾਰ ਰੱਖੇ ਗਏ ਨੇ। ਤੁਹਾਨੂੰ ਇਹ ਵਿਚਾਰ ਕਿਸ ਤਰ੍ਹਾਂ ਲੱਗੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਅਗਲੇ ਪ੍ਰੋਗਰਾਮ ਵਿੱਚ ਫਿਰ ਤੋਂ ਸਾਡੀ ਹੋਏਗੀ ਮੁਲਾਕਾਤ, ਉਦੋਂ ਤੱਕ ਦਿਓ ਇਜਾਜ਼ਤ। ਧੰਨਵਾਦ।